ਸ਼ਮਾਦਾਨ। रेडियो पंजाब टुडे प्रोग्राम सुनने वाले तमाम ਸਰੋਤਿਆਂ ਨੂੰ मेरे ਵੱਲੋਂ यानी कि स्वर्ण सिंह दाने वाले ਵੱਲੋਂ प्यार भरी सत श्री अकाल खुशामदीद। ਅੱਜ ਦਿਨ ਹੈ ਜੀ ਵੀਰਵਾਰ ਤੇ ਤਰੀਕ ਹੈ 21 ਮਈ ਸ਼ਾਮ ਦੇ 5:31 ਹੋਏ ਨੇ। ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਚੋਂ ਪ੍ਰੋਗਰਾਮ ਸ਼ਮਾਦਾਨ ਲਾਈਵ ਰਾਹੀਂ ਜੁੜੇ ਹੋਏ ਹੋ। ਰੇਡੀਓ ਪੰਜਾਬ ਟੁਡੇ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਤੁਹਾਨੂੰ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਵਾਜ਼ੀ ਤਰੰਗਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਈ ਜਾਵੇ। ਤੁਹਾਡੇ ਹਰ ਜ਼ਿਲ੍ਹੇ ਦੀ ਹਰ ਪਿੰਡ ਦੀ ਖਬਰ ਤੁਹਾਡੇ ਤੱਕ ਪਹੁੰਚਾਈ ਜਾਵੇ, ਤੁਹਾਨੂੰ ਜੋੜ ਕੇ ਰੱਖਿਆ ਜਾਵੇ ਪੰਜਾਬ ਦੀਆਂ ਜੜ੍ਹਾਂ ਦੇ ਨਾਲ। ਪੰਜਾਬ ਦੇ ਵਿੱਚ ਕੀ ਵਾਪਰਿਆ, ਕੀ ਵਾਪਰੇਗਾ, ਪੰਜਾਬ ਦੇ ਵਿੱਚ ਵਾਪਰੀਆਂ ਘਟਨਾਵਾਂ ਦਾ ਤੁਹਾਡੇ ਉੱਤੇ, ਸਾਡੇ ਉੱਤੇ, ਹੋਰ ਕਿਸੇ ਦੇ ਉੱਤੇ ਕੀ ਅਸਰ ਪੈਂਦਾ, ਇਹਦੇ ਬਾਰੇ ਅਸੀਂ ਚਰਚਾਵਾਂ ਕਰਦੇ ਹਾਂ। ਸੋ ਆਗਾਜ਼ ਕਰਦੇ ਹਾਂ ਜੀ ਪਹਿਲਾਂ ਅੱਜ ਦੀਆਂ ਅਹਿਮ ਖਬਰਾਂ ਤੋਂ, ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਨਾਲ ਅੱਗੇ ਚੱਲਾਂਗੇ। ਪੰਜਾਬ ਦੇ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਤੇ ਔਨਲਾਈਨ ਆਰਡਰ ਦੇ ਉੱਤੇ ਪੂਰਾ ਬਵਾਲ ਮੱਚਿਆ ਹੋਇਆ ਹੈ। ਇਸ ਨੂੰ ਲੋਕ ਬੁੰਦਾ ਚੰਗਾ ਬੋਲ ਰਹੇ ਨੇ, ਪਰ ਝਾਰਖੰਡ ਸਰਕਾਰ ਨੇ ਸਵਿਗੀ ਦੇ ਰਾਹੀਂ ਲਾਕਡਾਊਨ ਤੋਂ ਬਾਅਦ ਪਹਿਲੀ ਵਾਰੀ ਜਿਹੜਾ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਨੇ। ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਦੇ ਹੀ ਇਹਨਾਂ ਦੇ ਬਾਹਰ ਹੀ ਖਰੀਦਦਾਰਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਸੂਬਾ ਸਰਕਾਰ ਵੱਲੋਂ ਸ਼ਰਾਬ 'ਤੇ 25% ਜ਼ਿਆਦਾ ਟੈਕਸ ਲਾਉਣ ਦੇ ਬਾਵਜੂਦ ਵੀ ਲੋਕ ਲਗਾਤਾਰ ਸ਼ਰਾਬ ਖਰੀਦਣ ਦੇ ਲਈ ਇੱਕ ਦੂਜੇ ਦੇ ਅੱਗੇ ਹੋ ਡਿੱਗ ਰਹੇ ਨੇ। ਹੁਣ ਇੱਕ ਕੰਪਨੀ ਸਵਿਗੀ ਨੇ ਜਿਹੜਾ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਘਰਾਂ ਦੇ ਵਿੱਚ ਸ਼ਰਾਬ ਮੁਹੱਈਆ ਕਰਵਾਉਣ ਦੇ ਲਈ ਸਰਕਾਰ ਨਾਲ ਇੱਕ ਐਗਰੀਮੈਂਟ ਸਾਈਨ ਕੀਤਾ। ਵਾਈਨ ਸ਼ਾਪਿੰਗ ਕੈਟਾਗਰੀ ਦੇ ਵਿੱਚ ਸਵਿਗੀ ਐਪ ਦੇ ਵਿੱਚ ਜਾਣਾ ਹੋਏਗਾ ਤੇ ਕੰਪਨੀ ਨੇ ਕਿਹਾ ਕਿ ਇਹ ਸੇਵਾ ਆਉਣ ਵਾਲੇ ਹਫ਼ਤੇ 'ਚ ਸੂਬੇ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਲਾਗੂ ਹੋ ਜਾਏਗੀ। ਸੋ ਝਾਰਖੰਡ ਜਿਹਨੂੰ ਪਛੜਾ ਸੂਬਾ ਕਿਹਾ ਜਾਂਦਾ ਹੈ, ਹੋਮ ਡਿਲੀਵਰੀ ਜਿਹੜੀ ਹੈ ਸਵਿਗੀ ਦੇ ਰਾਹੀਂ ਹੋ ਗਈ ਹੈ। ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਾਫ ਕਰਨਾਟਕ ਦੇ ਸ਼ਿਵ ਮੋਗਾ 'ਚ 11 ਮਈ ਨੂੰ ਕਾਂਗਰਸ ਪਾਰਟੀ ਦੁਆਰਾ PM ਕੇਅਰ ਫੰਡ 'ਚ ਕੀਤੇ ਗਏ ਟਵੀਟ ਨੂੰ ਲੈ ਕੇ FIR ਦਰਜ ਕਰਵਾਈ ਗਈ ਹੈ। FIR 'ਚ ਉਹਨਾਂ ਦੀ ਪਛਾਣ ਸੋਸ਼ਲ ਮੀਡੀਆ ਅਕਾਊਂਟ ਹੈਂਡਲਰ ਦੇ ਰੂਪ ਵਿੱਚ ਕੀਤੀ ਗਈ ਹੈ। ਕਥਿਤ ਤੌਰ 'ਤੇ FIR PM ਕੇਅਰ ਫੰਡ ਨੂੰ ਲੈ ਕੇ ਗਲਤ ਜਾਣਕਾਰੀ ਦੇਣ ਦੇ ਦੋਸ਼ ਹੇਠ ਦਰਜ ਕਰਵਾਈ ਗਈ ਹੈ। ਸਰਕਾਰੀ ਕੰਮਾਂ ਨੂੰ ਲੈ ਕੇ ਲੋਕਾਂ ਦੇ ਮਨ 'ਚ ਜੋ ਧਾਰਨਾ ਬਣੀ ਹੈ ਉਹਦਾ ਅੱਜ ਇੱਕ ਵਾਰ ਫਿਰ ਬਲ ਮਿਲਿਆ। ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਜੋ ਕਹਿੰਦੀ ਹੈ, ਜਿੰਨਾ ਕਹਿੰਦੀ ਹੈ ਉਹ ਕੰਮ ਉਨੀ ਜਲਦੀ ਓਨਾ ਹੀ ਲੇਟ ਹੁੰਦਾ। ਸੋ ਸਾਰੇ ਦਾਅਵੇ ਲੋਕਾਂ ਦੇ ਸਹੀ ਸਾਬਤ ਹੁੰਦੇ ਨੇ। ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਜੋ ਕਹਿੰਦੀ ਹੈ ਉਹ ਕਰਦੀ ਨਹੀਂ। ਰੇਲਵੇ ਨੇ 1 ਜੂਨ ਤੋਂ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਸੀ। ਇਸ ਨੂੰ ਲੈ ਕੇ ਕੱਲ੍ਹ ਯਾਨੀ ਕਿ ਬੁੱਧਵਾਰ ਦੇ ਰਾਤ 200 ਰੇਲ ਗੱਡੀਆਂ ਦੀ ਲਿਸਟ ਰੇਲ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਸੀ ਤੇ ਸਟੇਸ਼ਨਾਂ ਦੇ ਨਾਲ ਨਾਲ ਟ੍ਰੇਨਾਂ ਦੇ ਨੰਬਰ ਨਾਮ ਵੀ ਸ਼ਾਮਲ ਕੀਤੇ ਗਏ ਸਨ। ਮੰਤਰਾਲੇ ਵੱਲੋਂ ਦੱਸਿਆ ਗਿਆ ਸੀ ਕਿ ਵੀਰਵਾਰ ਭਾਵ ਅੱਜ 21 ਮਈ ਦੀ ਸਵੇਰੇ 10 ਵਜੇ ਟਿਕਟ ਬੁਕਿੰਗ ਸ਼ੁਰੂ ਹੋਏਗੀ। IRCTC ਦੀ ਵੈਬਸਾਈਟ 'ਤੇ ਕੁਝ ਟ੍ਰੇਨਾਂ ਨਜ਼ਰ ਆ ਰਹੀਆਂ ਸਨ। ਜਦੋਂ ਲੋਕ ਸਵੇਰੇ 10 ਵਜੇ ਤੋਂ ਟਿਕਟ ਬੁਕਿੰਗ ਲਈ ਬੈਠੇ ਤਾਂ ਬਹੁਤ ਦੇਰ ਤੱਕ ਯਾਤਰਾ ਵਾਲੇ ਰੂਟਾਂ ਲਈ ਟ੍ਰੇਨ ਨਜ਼ਰ ਹੀ ਨਹੀਂ ਆ ਰਹੀਆਂ ਸਨ। ਕਈ ਲੋਕਾਂ ਨੂੰ ਲੈ ਕੇ ਇਸ ਨੂੰ ਪਰੇਸ਼ਾਨੀ ਦਿਖਾਈ ਦਿੱਤੀ। ਲੋਕਾਂ ਦਾ ਗੁੱਸਾ ਉਸ ਸਮੇਂ ਵੱਧ ਗਿਆ ਜਦੋਂ ਰੇਲਵੇ ਵੱਲੋਂ IRCTC ਦੇ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਕਿਹਾ ਗਿਆ ਕਿ ਵੈਬਸਾਈਟ 'ਚ ਕੋਈ ਸਮੱਸਿਆ ਨਹੀਂ ਹੈ, ਟਿਕਟ ਬੁਕਿੰਗ ਬਿਨਾਂ ਕਿਸੇ ਸਮੱਸਿਆ ਦੇ ਜਾਰੀ ਹੈ। ਯਾਤਰੀਆਂ ਨੇ ਇਸ ਨੂੰ ਲੈ ਕੇ IRCTC ਦੇ ਟਵੀਟ ਦੇ ਜਵਾਬ 'ਚ ਬੜਾ ਬੁਰਾ ਭਲਾ ਕਿਹਾ। ਰੇਲ ਮੰਤਰੀ ਨੇ ਕਿਹਾ ਕਿ ਰੇਲ ਟਿਕਟਾਂ ਦੀ ਬੁਕਿੰਗ ਸ਼ੁੱਕਰਵਾਰ ਤੋਂ ਦੇਸ਼ ਭਰ ਦੇ ਲਗਭਗ 1.7 ਲੱਖ ਆਮ ਸੇਵਾ ਕੇਂਦਰਾਂ ਤੋਂ ਸ਼ੁਰੂ ਹੋ ਜਾਏਗੀ। ਉਹਨਾਂ ਕਿਹਾ ਕਿ ਹੁਣ ਅਸੀਂ ਪੱਛਮੀ ਬੰਗਾਲ 'ਚ 27 ਟ੍ਰੇਨਾਂ ਚਲਾ ਪਾਏ ਤੇ ਦੇਸ਼ 'ਚ ਲਾਕਡਾਊਨ 4 ਚੱਲ ਰਿਹਾ। ਇਸ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ ਨੇ ਕੱਲ੍ਹ
ਦੇਰ ਰਾਤ ਡਿਜੀਟਲ ਮੋਡ ਦੀ ਵਰਤੋਂ ਤੇ ਜ਼ੋਰ ਦਿੱਤਾ। ਇਸ ਹਫ਼ਤੇ ਦੀ ਸ਼ੁਰੂਆਤ 'ਚ ਰਾਸ਼ਟਰੀ ਆਪ ਪ੍ਰਬੰਧਨ ਅਥਾਰਟੀ NDMA ਨੇ ਕਰੋਨਾ ਵਾਇਰਸ ਦੇ ਕਹਿਰ ਦੀ ਜਾਂਚ ਲਈ ਲਾਕਡਾਊਨ 4 ਨੂੰ 31 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਸੀ। ਦੇਸ਼ ਵਿਆਪੀ ਲਾਕਡਾਊਨ ਦੌਰਾਨ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਦੀ ਗੱਲ ਵੀ ਕਹੀ ਗਈ। ਇਸ ਦੇ ਚੱਲਿਆਂ ਭੁਗਤਾਨ ਮੋਡ ਦਾ ਉਪਯੋਗ ਮਹੱਤਵਪੂਰਨ ਹੋ ਗਿਆ। ਰਿਜ਼ਰਵ ਬੈਂਕ ਨੇ ਮਾਈਕਰੋ ਬਲਾਗਿੰਗ ਸਾਈਟ ਤੇ ਸ਼ੁਰੂ ਕੀਤੇ ਗਏ ਬਿਆਨ 'ਚ ਕਿਹਾ ਕਿ ਡਿਜੀਟਲ ਭੁਗਤਾਨ ਮੋਡ ਲੋਕਾਂ ਘਰਾਂ 'ਚ ਸੁਰੱਖਿਅਤ ਰਹਿੰਦੇ ਹੋਏ ਕਿਸੇ ਵੀ ਬੈਂਕਿੰਗ ਲੈਣ ਦੇਣ ਨੂੰ ਆਸਾਨ ਬਣਾਉਂਦਾ ਹੈ। ਤੇ RBI ਨੇ ਇਸ ਅਭਿਆਨ 'ਚ ਇਸ ਗੱਲ ਤੇ ਜ਼ੋਰ ਦਿੱਤਾ ਕਿ ਲੋਕ ਸੁਰੱਖਿਅਤ ਢੰਗ ਨਾਲ ਡਿਜੀਟਲ ਲੈਣ ਦੇਣ ਕਰ ਸਕਦੇ ਨੇ। ਕਈ ਡਿਜੀਟਲ ਭੁਗਤਾਨ ਬਦਲ NEFT, IMPS ਤੇ UPI ਸ਼ਾਮਲ ਨੇ ਜੋ 24 ਘੰਟੇ ਉਪਲਬਧ ਨੇ। ਗਵਰਨਰ ਸ਼ਸ਼ੀਕਾਂਤ ਦਾਸ ਨੇ ਸੋਸ਼ਲ ਮੀਡੀਆ ਡਿਸਟੈਂਸਿੰਗ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤੇ RBI ਨੇ ਲੈਣ ਦੇਣ ਦੇ ਡਿਜੀਟਲ ਤਰੀਕਿਆਂ ਦੇ ਉਪਯੋਗ ਕਰਦੇ ਸਮੇਂ ਗਾਹਕਾਂ ਨੂੰ ਸਾਵਧਾਨ ਰਹਿਣ ਦੀ ਵੀ ਚੇਤਾਵਨੀ ਦਿੱਤੀ ਹੈ ਕਿ ਤਾਂ ਕਿ ਧੋਖਾਧੜੀ ਤੋਂ ਬਚ ਸਕਣ। ਚੱਕਰਵਰਤੀ ਅਫਵਾਨ ਤੋਂ ਬਾਅਦ ਪੱਛਮੀ ਬੰਗਾਲ 'ਚ ਹੋਈ ਭਾਰੀ ਤਬਾਹੀ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੀਨੀਅਰ ਅਧਿਕਾਰੀ ਬਰੀਕੀ ਨਾਲ ਨਿਗਰਾਨੀ ਕਰ ਰਹੇ ਨੇ ਤੇ ਪੱਛਮੀ ਬੰਗਾਲ ਸਰਕਾਰ ਨਾਲ ਗੱਲ ਕਰ ਰਹੇ ਨੇ। ਪ੍ਰਭਾਵਿਤਾਂ ਦੀ ਮਦਦ ਲਈ ਕੋਈ ਕਸਰ ਨਹੀਂ ਛੱਡੀ ਜਾਏਗੀ। ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ। ਅੱਜ ਦਾ ਇਹ ਪ੍ਰੋਗਰਾਮ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਸਤਿਕਾਰਤ ਲਿਸਨਰਸ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਗਿਆ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਹਰਦੀਪ ਸਿੰਘ ਪੁਰੀ ਹੋਰਾਂ ਨੇ ਜੋ ਹਵਾਬਾਜ਼ੀ ਮੰਤਰੀ ਨੇ ਐਲਾਨ ਕਰ ਦਿੱਤਾ ਹਵਾਈ ਸੇਵਾਵਾਂ ਦਾ ਜੀ। ਬਿਲਕੁਲ ਜੀ, ਪਰ ਇਹ ਘਰੇਲੂ ਹੈ। ਅੱਛਾ ਜੀ। ਬਾਹਰ ਵਾਲੀਆਂ ਨਹੀਂ। ਬਾਹਰ ਹਾਲੇ ਸਾਡੀ ਕੋਈ ਵੀ ਸੇਵਾ ਜਿਹੜੀ ਹੈ ਉਹ ਆਪਰੇਟਿਵ ਨਹੀਂ ਹੈ। ਅੱਛਾ ਜੀ। ਬਾਹਰ ਵਾਸਤੇ ਇਹ ਸਿਰਫ ਤੇ ਸਿਰਫ ਘਰੇਲੂ ਹੈ ਕਿ ਬਠਿੰਡੇ ਤੋਂ ਚੰਡੀਗੜ੍ਹ ਚਲੇ ਜਾਈਏ ਜੀ ਜਾਂ ਦਿੱਲੀ ਚਲੇ ਗਏ, ਇਸ ਕਿਸਮ ਦੀਆਂ ਉਡਾਣਾਂ ਜੀ। ਇਹ ਹਰਦੀਪ ਸਿੰਘ ਪੁਰੀ ਜਿਹੜੇ ਸ਼ਹਿਰੀ ਹਵਾਬਾਜ਼ੀ ਦੇ ਮੰਤਰੀ ਹੈ ਉਹਨਾਂ ਨੇ ਐਲਾਨ ਕਰਤਾ ਜੀ। ਨਾਲ ਤੁਸੀਂ ਜ਼ਿਕਰ ਕਰ ਹੀ ਚੁੱਕੇ ਹੋ ਪਹਿਲਾਂ ਰੇਲਵੇ ਦਾ ਵੀ ਆ ਗਿਆ ਕਿ ਰੇਲਵੇ ਵੀ ਸ਼ੁਰੂ ਹੋ ਰਹੀ ਹੈ। ਹਾਂਜੀ। ਤੇ ਰੇਲਵੇ ਵਾਸਤੇ ਜੋ ਦੱਸੀ ਗਈ ਹੈ ਇਹਦੀ ਸ਼ੁਰੂਆਤ ਆਪਣੇ ਅੰਮ੍ਰਿਤਸਰ ਸਾਹਿਬ ਤੋਂ ਜੀ ਕਹਿੰਦੇ ਜੀ ਹੋਣਗੀਆਂ 6 ਟ੍ਰੇਨਾਂ ਉੱਥੋਂ ਜਾਇਆ ਕਰਨਗੀਆਂ ਜੀ ਤੇ 2 ਟ੍ਰੇਨਾਂ ਉੱਥੇ ਡੇਲੀ ਆਇਆ ਕਰਨਗੀਆਂ। ਇਹਦਾ ਮਤਲਬ ਇਹ ਹੈ ਕਿ ਜਿਹੜਾ ਪਿਛਲੇ 61 ਦਿਨਾਂ ਤੋਂ 62 ਦਿਨਾਂ ਤੋਂ ਲਗਭਗ 2 ਮਹੀਨੇ ਹੋ ਗਏ। 2 ਮਹੀਨਿਆਂ ਤੋਂ ਸਾਰਾ ਕਾਰੋਬਾਰ, ਸਾਰੀ ਆਮਦੋ-ਰਫਤ ਰੁਕੀ ਪਈ ਸੀ। ਉਹਦੇ ਨਾਲ ਥੋੜਾ ਬਹੁਤਾ ਚੱਲਣਾ ਸ਼ੁਰੂ ਹੋਊਗਾ ਜੀ। ਵੈਸੇ ਜੇ ਆਪਾਂ ਅੱਜ ਦੇਖੀਏ ਤੇ ਅੱਜ ਦੀ ਗਿਣਤੀ ਜਿਹੜੀ ਹੈ ਕਰੋਨਾ ਵਾਇਰਸ ਦੀ 1,12,000 ਤੋਂ ਉੱਪਰ ਟੱਪ ਗਈ ਹੈ। ਭਾਰਤ 'ਚ ਪੋਜ਼ੀਟਿਵ ਆ ਗਏ ਹੈ। ਲੇਕਿਨ ਜਿੱਡੀ ਤੇਜ਼ੀ ਨਾਲ ਇਹ ਵੱਧ ਰਿਹਾ ਟ੍ਰੀਟਮੈਂਟ ਵੀ ਉਵੇਂ ਹੀ ਹੋ ਰਿਹਾ। ਅੱਛਾ। ਮਤਲਬ ਜੇ ਆਪਾਂ ਦੇਖੀਏ ਲੋਕਾਂ ਦੇ ਠੀਕ ਹੋਣ ਦੀ ਦਰ ਵੀ ਉਨੀ ਤੇਜ਼ੀ ਨਾਲ ਹੀ ਹੈ। ਲੇਕਿਨ ਹੁਣ ਇਹਦੇ 'ਚ ਕਈ ਗੱਲਾਂ ਦਾ ਵਾਲੀਆਂ ਸਭ ਇਹ ਆਉਂਦੀਆਂ ਵੀ ਕੀ ਇਹ ਸੱਚਮੁੱਚ ਹੀ ਇਲਾਜ ਬਿਮਾਰੀ ਹੈ, ਕਿਉਂਕਿ ਦਵਾਈ ਤਾਂ ਹੈ ਕੋਈ ਨਹੀਂ। ਬਿਲਕੁਲ ਸਹੀ ਗੱਲ। ਜਿਹੜੇ ਬੰਦੇ ਠੀਕ ਹੁੰਦੇ ਫਿਰ ਉਹ ਕਿਵੇਂ ਹੁੰਦੇ ਇਹ ਵੀ ਵੇਖਣ ਵਾਲੀ ਗੱਲ ਹੈ। ਸਾਡੇ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਸਥਿਤੀ ਬਹੁਤ ਕੰਟਰੋਲ ਸੀ ਜੀ, ਲੇਕਿਨ ਜਦੋਂ ਹਜ਼ੂਰ ਸਾਹਿਬ ਤੋਂ ਕੁਝ ਸ਼ਰਧਾਲੂ ਆਏ ਉਹ ਤੋਂ ਬਾਅਦ ਇੱਕਦਮ ਹੀ ਬੜੀ ਭਿਆਨਕ ਹੋ ਗਈ ਵੀ ਇਹਨੂੰ ਕੰਟਰੋਲ ਕਿਵੇਂ ਕਰਾਂਗੇ, ਸੋਚਾਂਗੇ ਕਿਵੇਂ। ਲੇਕਿਨ ਸਾਰੇ ਹੀ ਸ਼ਰਧਾਲੂਆਂ ਨੂੰ ਰੱਖਿਆ ਗਿਆ ਤੇ ਮੇਰਾ ਖਿਆਲ ਹੈ ਵੀ ਕੋਈ ਸ਼ਰਧਾਲੂ ਹੈ ਕਿਤੇ ਵੀ ਕੋਈ ਕੈਜੂਅਲਟੀ ਜਿਹੜੀ ਹੈ ਨੋਟ ਸ਼ਰਧਾਲੂਆਂ 'ਚ ਨਹੀਂ ਆਈ। ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਅਸੀਂ ਜੇ ਦੇਖੀਏ ਤਾਂ ਪੰਜਾਬ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਨਵਾਂ ਸ਼ਹਿਰ ਪਟਵਾਲੇ ਤੋਂ। ਨਵਾਂ ਸ਼ਹਿਰ ਜ਼ਿਲ੍ਹਾ ਦੁਆਬੇ 'ਚ ਪੈਂਦਾ ਔਰ ਇਹਦਾ ਸਿਖਰ ਜਾਂਦਾ ਮਾਲਵੇ 'ਚ ਜੀ, ਮੋਹਾਲੀ। ਪਰ ਅੱਜ ਹੁਣ ਇਹ ਪਤਾ ਲੱਗਾ ਕਿ ਮੋਹਾਲੀ ਵੀ ਜਿਹੜਾ ਹੈਗਾ ਤੰਦਰੁਸਤ ਹੋ ਗਿਆ। ਸੋ ਮੇਰੇ ਖਿਆਲ ਮੁਤਾਬਕ ਜਿਹੜੀਆਂ ਪਹਿਲਾਂ ਸ਼ੁਰੂ ਦੇ ਵਿੱਚ ਮੌਤਾਂ ਹੋਈਆਂ ਜੀ, ਉਹਨਾਂ ਮੌਤਾਂ ਦਾ ਕਾਰਨ ਇਕੱਲਾ ਕਰੋਨਾ ਨਹੀਂ ਜੀ। ਕਰੋਨਾ ਇੱਕ ਕਿਸਮ ਦਾ ਵਾਇਰਸ ਹੈ ਜਿਹੜਾ ਹੁਣ ਤਜਰਬਾ ਸਾਡਾ, ਆਪਾਂ ਨਾ ਤਾਂ ਕੋਈ ਡਾਕਟਰ ਹੈ ਨਾ ਅਸੀਂ ਸਾਇੰਟਿਸਟ ਹਾਂ, ਲੇਕਿਨ ਜੋ ਸਾਡੇ ਸਾਹਮਣੇ ਜਿਹੜੀਆਂ ਚੀਜ਼ਾਂ ਪਈਆਂ ਜੀ ਉਹਦੇ ਤੋਂ ਇਹ ਲੱਗਦਾ ਕਿ ਜਿਹੜੇ ਬੰਦੇ ਮੌਤ ਦਾ ਸ਼ਿਕਾਰ ਹੁੰਦੇ ਜੀ ਅਸਲ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਬਿਮਾਰੀ ਹੋਰ ਵੀ ਹੁੰਦੀ ਹੈ ਨਾਲ, ਜਿਵੇਂ ਜਿਹਦਾ ਕਰਕੇ ਜਿਹੜੀ ਉਹਨਾਂ ਦੀ ਜਿਹੜੀ ਹੈ ਇਮਿਊਨਿਟੀ ਵੀਕ ਹੈ ਔਰ ਇਮਿਊਨਿਟੀ ਵੀਕ ਹੋਣ ਕਰਕੇ ਉਹ ਇਸ ਵਾਇਰਸ ਦਾ ਮੁਕਾਬਲਾ ਨਹੀਂ ਕਰ ਪਾਉਂਦੇ ਜੀ। ਨਹੀਂ ਤਾਂ 14 ਦਿਨਾਂ ਬਾਅਦ ਤਾਂ ਫਿਰ ਬੰਦੇ ਠੀਕ ਹੋਈ ਜਾਂਦੇ। ਬਿਲਕੁਲ ਜੀ ਬਿਲਕੁਲ। ਆਪਣੇ ਤੁਸੀਂ ਦੇਖੋ ਵੀ ਸ਼ੁਰੂ ਦੇ ਵਿੱਚ ਜਦੋਂ ਇਹ ਕੈਜੂਅਲਟੀਜ਼ ਹੋਣ ਲੱਗੀਆਂ ਭਾਈ ਨਰਮਲ ਸਿੰਘ ਹੋਣੀ ਪਦਮ ਸ਼੍ਰੀ ਜੀ ਹਜ਼ੂਰੀ ਲੱਗ ਗਈ, ਕਿੱਡਾ ਵੱਡਾ ਰੁਤਬਾ ਉਹਨਾਂ ਦਾ,
ਤੇ ਕੁਝ ਲੋਕਾਂ ਨੇ ਵੇਰਕਾ ਦੇ ਵਿੱਚ ਉਹਨਾਂ ਦੇ ਸੰਸਕਾਰ ਕਰਨ ਤੇ ਵੀ ਕਿੰਤੂ ਪ੍ਰੰਤੂ ਕੀਤੇ ਸੀ। ਇਵੇਂ ਜਿਵੇਂ ਜੇ ਅਸੀਂ ਦੇਖੀਏ ਕੁਛ ਅਜਿਹੇ ਵੀ ਬਦਕਿਸਮਤ ਲੋਕ ਸੀ ਜਿਨ੍ਹਾਂ ਦਾ ਸੰਸਕਾਰ ਪਰਿਵਾਰਾਂ ਨੇ ਕਰਨ ਤੋਂ ਇਨਕਾਰ ਕਰਤਾ, ਲਾਸ਼ਾਂ ਲੈਣ ਤੋਂ ਇਨਕਾਰ ਕਰਤਾ ਸੀ। ਹੁਣ ਹੌਲੀ ਹੌਲੀ ਤੁਸੀਂ ਦੇਖੋ ਕਿ ਜਿਹੜੀ ਇਹਦੀ ਦਹਿਸ਼ਤ ਸੀ ਜੀ, ਵੈਸੇ ਮੈਨੂੰ ਤਾਂ ਇਹ ਕਹਿਣ ਦੇ ਵਿੱਚ ਵੀ ਕੋਈ ਗੁਰੇਜ਼ ਨਹੀਂ ਕਿ ਦਹਿਸ਼ਤ ਦੇ ਵਿੱਚ ਸਾਡੇ ਭਾਈਚਾਰੇ ਦਾ ਵੀ ਪੂਰਾ ਯੋਗਦਾਨ ਸੀ, ਕਿਉਂਕਿ ਅਸੀਂ ਹਰ ਗੱਲ ਨੂੰ ਇਸ ਤਰ੍ਹਾਂ ਚਲੋ ਸਭ ਰਿਵਾਜ ਹੀ ਬਣ ਗਿਆ। ਵੈਸੇ ਮੈਂ ਕਹਿਣਾ ਬੜੇ ਦਰਦਨਾਕ ਇੱਕ ਪਹਿਲੂ ਵੀ ਆਪਣੇ ਮਹਿਕਮੇ ਦਾ, ਜੇਕਰ ਥੋੜੀ ਮੋਟੀ ਸੱਚਾਈ ਜਿਹੜੀ ਹੈ ਨਾ ਉਹ ਉਜਾਗਰ ਕਰਨੀ ਹੋਵੇ ਤਾਂ ਕਈ ਵਾਰੀ ਗੱਲ ਛੋਟੀ ਨੂੰ ਵੀ ਅਸੀਂ ਬਹੁਤ ਵੱਡੀ ਸੱਚਾਈ ਤੋਂ ਪਰੇ ਕਰ ਦਿੰਦੇ ਹਾਂ ਕਿ ਸਾਡੀ TRP ਨਾ ਘਟ ਜੇ। ਕਿਸੇ ਨੂੰ ਜੇ ਨਿੰਦਣਾ, ਜਿਵੇਂ ਪੁਲਿਸ ਹੈ, ਪੁਲਿਸ ਦੇ ਉੱਤੇ ਜੇ ਕੋਈ ਅਸਲੀਅਤ ਗੱਲ ਕੋਈ ਹੋਰ ਹੋਵੇ ਤਾਂ ਆਪਾਂ ਕਹਿੰਦੇ ਪੁਲਿਸ ਹੀ ਨਿੰਦ ਦਿਓ। ਨਾ ਸਾਰੀ ਪੁਲਿਸ ਥੋੜਾ ਮਾੜੀ ਹੁੰਦੀ ਹੈ, ਇੱਕ ਗੱਲ ਕਰ, ਸਾਰੇ ਪੱਤਰਕਾਰ ਵੀ ਮਾੜੇ ਨਹੀਂ ਹੈਗੇ, ਸਾਰੇ ਪੱਤਰਕਾਰ ਵੀ ਚੰਗੇ ਨਹੀਂ ਹੈਗੇ, ਠੀਕ ਹੈ। ਇੱਕ ਜੀ ਨਾ ਹਾਈਪ ਹੈ, ਹਾਈਪ ਤਾਂ ਜਿਵੇਂ ਹੁਣ ਲੱਗ ਗਏ ਕਿ ਜੇ ਕਰੋਨਾ ਵਿਕਦਾ ਤਾਂ ਕਰੋਨਾ ਵਿੱਚ ਹੀ ਚੱਲੋ, ਜਿੰਨੀ ਦੇਰ ਵਿਕਦਾ। ਹੁਣ ਕਰੋਨਾ ਕਿੱਧਰ ਗਾਇਬ ਹੋ ਗਿਆ, ਦੱਸੋ। ਮੈਂ ਉਹੀ ਗੱਲ ਕਰਦਾ ਨਾ ਕਿ ਜਿਹੜੀ ਸ਼ੁਰੂ ਦੇ ਵਿੱਚ ਇਹ ਸੀ ਕਿ ਆਪਣਿਆਂ ਨੇ ਲਾਸ਼ਾਂ ਲੈਣ ਤੋਂ ਇਨਕਾਰ ਕਰਤਾ ਸੀ, ਲਾਸ਼ਾਂ ਤੋਂ ਡਰਨ ਲੱਗੇ ਸੀ। ਹੁਣ ਅਸੀਂ ਦੇਖਿਆ ਕਿ ਕੁਝ ਉਹ ਜਿਹੜੇ ਹੈਗੇ ਹਸਪਤਾਲ ਹੈ ਜੀ, ਜਿੱਥੇ ਮੈਡੀਕਲ ਸਟਾਫ, ਚਲੋ ਉਹ ਤਾਂ ਨੌਕਰੀ ਦੇ ਪਾਬੰਦ ਹੈ ਵਿਚਾਰੇ, ਉਹਨਾਂ ਨੂੰ ਤਾਂ ਉਹਨਾਂ ਦੀ ਸੇਵਾ ਕਰਨੀ ਪੈਣੀ ਹੈ। ਕੁਝ ਇਹੋ ਜਿਹੇ ਵੀ ਹੈਗੇ ਹਸਪਤਾਲ ਦੂਰ ਦਰਾਡੇ ਪੇਂਡੂ ਇਲਾਕਿਆਂ 'ਚ, ਜਿੱਥੇ ਪਿੰਡਾਂ ਦੇ ਲੋਕ, ਪੰਚਾਇਤਾਂ, ਜਿਹੜੇ ਤੁਹਾਡੇ ਯੂਥ ਕਲੱਬ ਹੈਗੇ, ਆਮ ਲੋਕ ਹੈ ਜਿਹੜੇ ਵਲੰਟੀਅਰ ਬਣ ਕੇ ਕੰਮ ਕਰ ਰਹੇ, ਔਰ ਉੱਥੇ ਠੀਕ ਹੋਇਆ, ਕਿਸੇ ਨੂੰ ਕੁਝ ਨਹੀਂ ਹੋਇਆ। ਸੋ ਕੁੱਲ ਮਿਲਾ ਕੇ ਆਪਾਂ ਗੱਲ ਕਹੀਏ ਕਿ ਜਿਹੜੀ ਹੁਣ ਚਲੋ ਆਮਦੋਰਫਤ ਸ਼ੁਰੂ ਹੋ ਗਈ ਹੈ, ਇਹਦੇ ਨਾਲ ਜਿਹੜਾ ਹਊਆ ਕ੍ਰੀਏਟ ਹੋਇਆ ਸੀ ਨਾ, ਜਿਹੜਾ ਇਹ ਹੋਇਆ ਸੀ ਜੀ, ਮਰ ਗਏ ਜੀ, ਲੁੱਟੇ ਗਏ ਜੀ, ਪੱਟੇ ਗਏ, ਜਿੱਥੇ ਕਰੋਨਾ ਵੜ ਗਿਆ ਉਹ ਤਾਂ ਜੀ ਸਾਰੇ ਦਾ ਸਾਰਾ ਪਿੰਡ ਹੀ ਬਰਬਾਦ ਹੋ ਜੂ, ਬਿਲਕੁਲ ਜੀ, ਮਹੱਲਾ ਬਰਬਾਦ ਹੋ ਜੂ, ਉਹ ਗੱਲ ਖਤਮ ਹੋ ਗਈ। ਔਰ ਇਹਦੇ ਨਾਲ ਇਹ ਗੱਲਾਂ ਵੀ ਸਾਬਤ ਹੁੰਦੀਆਂ ਜੀ ਕਿ ਜਿਹੜਾ ਦਿੱਲੀ ਤੋਂ ਬੈਠ ਕੇ ਸਾਰਾ ਕੰਟਰੋਲ ਕੀਤਾ ਜਾ ਰਿਹਾ ਸੀ ਉਹ ਵੀ ਗਲਤ ਸੀ, ਕਿਉਂਕਿ ਉੱਥੋਂ ਬੈਠ ਕੇ ਤੁਸੀਂ ਜਿਹੜੇ ਹੈਗੇ ਰੈੱਡ ਜ਼ੋਨ, ਔਰੇਂਜ ਜ਼ੋਨ ਤੇ ਹਰ ਸ਼ਹਿਰ, ਹਰ ਸੂਬੇ ਨੂੰ ਨਹੀਂ ਨਾ ਤੁਸੀਂ ਜੋੜ ਸਕਦੇ। ਹਾਂ ਨਹੀਂ ਜੀ, ਜ਼ਿਲ੍ਹੇ ਨੂੰ ਜੋੜਤਾ ਕਹਿਣ ਤੋਂ ਭਾਵ ਹੁਣ ਜ਼ਿਲ੍ਹਾ ਤਾਂ ਆਪਾਂ ਜੇ ਲੁਧਿਆਣਾ ਜੋੜ ਦਿਓ, ਹੁਣ ਲੁਧਿਆਣੇ ਦੇ ਤਾਂ ਪਿੰਡ ਵੀ ਹੈਗੇ, ਬਿਲਕੁਲ ਬਿਲਕੁਲ। ਤੇ ਜੇ ਇਕੱਲੇ ਸ਼ਹਿਰ ਨੂੰ ਲੁਧਿਆਣੇ ਪਿੰਡਾਂ ਨਾਲ ਕਿਵੇਂ ਸ਼ਹਿਰ ਨੂੰ ਜੋੜ ਦੇਣਗੇ? ਪਟਿਆਲੇ ਦੀ ਗੱਲ ਲੈ ਲਈਏ ਆਪਾਂ, ਪਟਿਆਲੇ ਦਾ ਇੱਕ ਮਹੱਲਾ ਤੇ ਇੱਕ ਰਾਜਪੁਰਾ, ਦੋ ਸੀ ਤੇ ਸਾਰੇ ਸ਼ਹਿਰ, ਸਾਰੇ ਜ਼ਿਲ੍ਹੇ ਨੂੰ ਤੁਸੀਂ ਕਰਤਾ ਰੈੱਡ ਚ ਕਰਤਾ। ਇਵੇਂ ਜਿਵੇਂ ਤੁਸੀਂ ਦੇਖੋ, ਜਿਹੜੀ ਸ਼ੁਰੂ ਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਵਾਰੀ ਕਹੀ ਸੀ ਕਿ ਇੱਕ ਜੁਆਇੰਟ ਸੈਕਟਰੀ ਲੈਵਲ ਦਾ ਬੰਦਾ ਜੀ, ਉਹ ਸਾਨੂੰ ਹਦਾਇਤਾਂ ਦਿੰਦਾ ਚੁਣੀਆਂ ਹੋਈਆਂ ਸਰਕਾਰਾਂ ਨੂੰ। ਹੁਣ ਉਹ ਕੌਣ ਹੈ? ਲਵ ਕੁਮਾਰ ਜੁਆਇੰਟ ਸੈਕਟਰੀ ਜੀ। ਸ਼ੁਰੂ ਚ ਤੁਸੀਂ ਦੇਖੋ ਕਿ ਲਵ ਕੁਮਾਰ ਦੇ ਨਾਲ ਜਿਹੜੇ ਲੋਕ ਆਉਂਦੇ ਹੈ, ਜਿਹੜੇ ਸ਼ੁਰੂ ਚ ਆ ਕੇ ਪ੍ਰੈਸ ਕਾਨਫਰੰਸਾਂ ਕਰਦੇ ਆ, ਉਹਨਾਂ ਦੇ ਵਿੱਚ ਕੁਝ ਵਿਗਿਆਨੀ ਵੀ ਸੀ ਜੀ, ਡਾਕਟਰ ਸੀ, ਨਾਲ ਬਹਿੰਦੇ ਸੀ। ਉਹ ਆ ਕੇ ਜਦੋਂ ਕੋਈ ਤਕਨੀਕੀ ਗੱਲ ਹੁੰਦੀ ਤੇ ਉਹ ਕਹਿੰਦਾ ਜੀ ਇਹ ਤਕਨੀਕੀ ਮਾਰਤਾ ਇਹ ਹੈ ਜੀ, ਸਾਇੰਟੀਫਿਕ ਗੱਲ ਇਹ ਕਰਨਗੇ, ਇਹਦਾ ਤੁਹਾਡਾ ਜਵਾਬ ਇਹ ਦੇਣਗੇ। ਲੇਕਿਨ ਜਿਵੇਂ ਜਿਵੇਂ ਫਿਰ ਗੱਲ ਵਿਗੜਦੀ ਗਈ ਤੇ ਤੁਸੀਂ ਦੇਖਿਆ ਹੋਣਾ ਵੀ ਉਹ ਤਕਨੀਕੀ ਜਿਹੜੇ ਹੈਗੇ ਸੀਗੇ ਮਾਹਰ, ਉਹ ਗਾਇਬ ਹੋ ਗਏ ਸੀ ਪ੍ਰੈਸ ਕਾਨਫਰੰਸ। ਬਾਅਦ ਦੇ ਵਿੱਚ ਕੀ ਹੋਇਆ ਕਿ ਹੁਣ ਕਿੰਨੇ ਦਿਨ ਹੋ ਗਏ ਕਰੋਨਾ ਦੀ ਮਾਰ ਤਾਂ ਵਧੀ ਜਾਂਦੀ ਹੈ ਜੀ, ਪਰ ਲਵ ਕੁਮਾਰ ਜੀ ਜਾਂ ਹੈਲਥ ਡਿਪਾਰਟਮੈਂਟ ਦਾ ਕੋਈ ਬੰਦਾ ਪ੍ਰੈਸ ਕਾਨਫਰੰਸ ਕਰਦਾ ਜਾ ਕੇ ਦੱਸਦਾ। ਇਹਦੇ ਉਲਟ ਸਭ ਤੋਂ ਜ਼ਿਆਦਾ ਜਿਹੜੀ ਮਾਰ ਪੈ ਰਹੀ ਹੈ ਉਹ ਅਮਰੀਕਾ 'ਚ ਪੈ ਰਹੀ ਹੈ ਜੀ। ਅਮਰੀਕਾ ਦਾ ਪ੍ਰੈਜ਼ੀਡੈਂਟ ਬੇਸ਼ੱਕ ਪੁੱਠਾ ਸਿੱਧਾ ਹੀ ਬੋਲਦੇ, ਉਹ ਆ ਕੇ ਮੀਡੀਆ ਨਾਲ ਗੱਲ ਤਾਂ ਕਰਦਾ, ਬਿਲਕੁਲ ਉਹ ਇਨਫੋਰਮੇਸ਼ਨ ਤਾਂ ਦਿੰਦਾ। ਹੁਣ ਸਾਡਾ ਇੰਨਾ ਕੁ ਹੋ ਗਿਆ ਕਿ ਜਿਹੜਾ ਸਾਰਾ ਪਹਿਲਾਂ ਭੰਬਲ ਭੂਸਾ ਪਿਆ ਵਾ ਸੀ, ਘੱਟੋ ਘੱਟ ਜਿਹੜੀ ਹੈਗੀ ਹੈ ਗੱਡੀਆਂ ਦੀ ਆਵਾਜਾਈ ਨਾਲ, ਏਅਰ ਸਰਵਿਸਿਜ਼ ਸ਼ੁਰੂ ਹੋਣ ਦੇ ਨਾਲ ਉਹ ਭੰਬਲ ਭੂਸਾ ਖਤਮ ਹੋ ਜਾਣਾ ਜੀ। ਚਲੋ ਚੰਗੀ ਗੱਲ ਹੈ ਜੀ, ਹੌਲੀ ਹੌਲੀ ਲੀਹ ਤੇ ਚੜੇ, ਲੋਕਾਂ 'ਚ ਬੜਾ ਭੈੜਾ ਡਰ ਪੈ ਬਣਿਆ ਹੋਇਆ ਵਾਪਸ ਮੁੜਨ ਦਾ। ਚਲੋ ਸਾਹਿਬ, ਅੰਧ ਵਿਸ਼ਵਾਸ ਵੀ ਕੀ ਹੁੰਦਾ ਹੈ? ਦੇਖੋ ਤੁਹਾਨੂੰ ਯਾਦ ਹੋਣਾ ਬਠਿੰਡੇ ਦੇ ਨਾਲ ਹੀ ਆਪਣਾ ਪਿੰਡ ਹੈ ਇੱਕ ਕੋਟ ਫੱਤਾ, ਕਿਵੇਂ ਦਾਦੀ ਨੇ ਆਪਦਾ ਘਰ ਤਬਾਹ ਕਰ ਲਿਆ, ਘਰ ਤਬਾਹ ਕਰ ਦਿੰਦਾ ਜੀ ਅੰਧ ਵਿਸ਼ਵਾਸ। ਬਿਲਕੁਲ ਬਿਲਕੁਲ ਜੀ, ਪਰਿਵਾਰ ਖਤਮ ਕਰ ਦਿੰਦਾ। ਦੇਖੋ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿੱਥੇ ਮਤਲਬ ਕੁਝ ਲੋਕ ਚੰਗਾ ਕੰਮ ਕਰਦੇ ਹੁੰਦੇ ਜੀ, ਲੇਕਿਨ ਅੰਧ ਵਿਸ਼ਵਾਸੀਆਂ ਦਾ ਸ਼ਿਕਾਰ ਉਹ ਵੀ ਹੋ ਜਾਂਦੇ। ਮਿਸਾਲ ਦੇ ਤੌਰ ਤੇ ਤੁਸੀਂ ਦੇਖਿਆ ਹੋਣਾ ਜੀ, ਆਪਣੇ ਪਿੰਡਾਂ ਦੇ ਵਿੱਚ ਅੱਗੇ ਆਮ ਗੱਲ ਹੁੰਦੀ ਸੀ ਕਿ ਇਹਨੂੰ ਕਿਸੇ ਨੇ ਟੂਣਾ ਕਰਵਾਤਾ, ਇਹਦੇ ਤੇ ਕਿਸੇ ਨੇ ਜੀ ਕੋਈ ਧਾਗਾ ਤਵੀਤ ਕਰਵਾਤਾ ਤੇ ਇਹਨਾਂ ਦੇ ਘਰ ਦੇ ਵਿੱਚ ਐਂ ਹੋ ਗਈ ਜੀ। ਫਿਰ ਬਹੁਤ ਵਾਰੀ ਆਪਾਂ ਇਹ ਦੇਖਿਆ ਕਿ ਘਰਾਂ ਦੇ ਵਿੱਚ ਕਲੇਸ਼ ਰਹਿਣ ਲੱਗ ਗਿਆ ਸੀ। ਕੋਈ ਕਹਿੰਦਾ ਸੀ ਵੀ ਬੁੜੀ ਨੂੰ ਰੋਨਣ ਹੋਈ ਹੈ, ਇੱਕ ਸ਼ਬਦ ਰੋਨਣ ਹੁੰਦਾ ਸੀ। ਕੋਈ ਕਹਿੰਦਾ ਸੀ ਜੀ ਕਸਰ ਕੁੜੀ ਨੂੰ ਹੁੰਦੀ ਹੈ। ਕੋਈ ਕਹਿੰਦਾ ਸੀ ਜੀ ਇਹ ਜਿਹੜੀ ਵਹੁਟੀ ਆਈ ਹੈ, ਵਹੁਟੀ ਦੇ ਉੱਤੇ ਕੋਈ ਓਪਰੀ ਛਾਇਆ ਹੈ ਜੀ। ਇਹੋ ਜਿਹਾ ਕੁਛ ਘਰਾਂ ਦੇ ਵਿੱਚ ਕਲੇਸ਼ ਪਈ ਜਾਂਦਾ, ਸਾਰਾ ਕੁਛ ਹੁੰਦਾ। ਹੁਣ ਵੀ ਕਿਤੇ ਕਿਤੇ ਹੈਗਾ, ਪਰ ਉਹਨਾਂ ਜ਼ਿਆਦਾ ਨਹੀਂ। ਉਦੋਂ ਜੇ ਕਿਸੇ ਬੰਦੇ ਦੀ ਮੌਤ ਹੋ ਜਾਂਦੀ, ਅਟੈਕ ਵਗੈਰਾ ਹੋ ਜਾਂਦਾ ਜੀ, ਤਾਂ ਉਹ ਕਹਿੰਦੇ ਜੀ ਇਹਨੂੰ ਤਾਂ ਨਾ ਕਿਸੇ ਚੜੇਲ ਨੇ ਧੱਫਾ ਮਾਰਤਾ, ਅੱਛਾ, ਇਹਦੇ ਤੇ ਭੂਤ ਨੇ ਅਸਰ ਕਰਤਾ ਜੀ, ਇਹ ਤਾਂ ਕਰਕੇ ਇਹਦੀ ਮੌਤ ਹੋ ਗਈ।
ਲੇਕਿਨ ਹੁਣ ਜਿਵੇਂ ਜਿਵੇਂ ਆਪਾਂ ਨੂੰ ਜਾਣਕਾਰੀ ਮਿਲਦੀ ਜਾਂਦੀ ਹੈ, ਜਿਹੜੀ ਹੈਗੇ ਸਾਇੰਸ ਦਾ ਵਿਸਤਾਰ ਹੁੰਦਾ ਜਾਂਦਾ ਜਾਂ ਆਪਾਂ ਕਹਿੰਦੇ ਵੀ ਜਾਣਕਾਰੀ ਦਾ ਵਿਸਤਾਰ ਹੁੰਦਾ ਜਾਂਦਾ, ਉਹਦਾ ਨਤੀਜਾ ਕੀ ਪਤਾ ਲੱਗਦਾ ਕਿ ਤੁਰੇ ਜਾਂਦੇ ਬੰਦੇ ਦਾ ਜਿਹੜਾ ਹਾਰਟ ਹੈ ਜਿਹੜਾ ਉਹ ਫੇਲ ਹੋ ਜਾਂਦਾ ਸੀ। ਅੱਗੇ ਤਾਂ ਆਪਾਂ ਬੰਦਿਆਂ ਦੇ ਹਾਰਟ ਬਾਰੇ ਸੁਣਿਆ ਹੁੰਦਾ ਸੀ, ਹੁਣ ਥੋੜੇ ਦਿਨਾਂ ਦੇ ਵਿੱਚ ਹੀ ਮੈਨੂੰ ਪਤਾ ਲੱਗਿਆ ਕਿ ਆਪਣੇ ਕੋਈ ਵਕਫਕਾਰ ਸੀਗੇ ਆਪਣੇ ਆਪ ਦੇ ਘਰਾਂ 'ਚ ਹੀ, ਉਹਨਾਂ ਦੀ ਖੜੀ ਖੜੋਤੀ ਮੱਝ ਮਰ ਗਈ। ਅੱਛਾ ਜੀ। ਖੜੀ ਖੜੋਤੀ ਡਿੱਗ ਪਈ। ਦੱਸੋ। ਅਸੀਂ ਪਤਾ ਲੈਣ ਵਾਸਤੇ ਗਏ ਵੀ ਇਹ ਕਿਵੇਂ ਹੋਇਆ, ਤੇ ਉਹਨਾਂ ਨੇ ਦੱਸਿਆ, ਕਹਿੰਦੇ ਜੀ ਗੱਲ ਇਹ ਹੈ ਵੀ ਕੁਛ ਵੀ ਨਹੀਂ, ਜਦੋਂ ਅਸੀਂ ਡਾਕਟਰ ਨੂੰ ਬੁਲਾਇਆ ਡਾਕਟਰ ਕਹਿੰਦਾ ਵੀ ਇਹਦਾ ਹਾਰਟ ਫੇਲ ਹੋ ਗਿਆ ਜੀ, ਅਟੈਕ ਹੋ ਗਿਆ। ਇਹ ਪਸ਼ੂਆਂ ਨੂੰ ਵੀ ਹੁੰਦਾ ਸੀ, ਸਾਰਾ ਕੁਝ ਹੁੰਦਾ ਸੀ, ਲੇਕਿਨ ਇਹ ਹੈ ਵੀ ਤਾਗਾ ਕਰਾਤਾ ਜੀ, ਇਹਨੇ ਤਵੀਤ ਕਰਾਤਾ ਜੀ, ਘਰ ਦੇ ਵਿੱਚ ਫਲਾਣੇ ਨੇ ਆਹ ਕਰਾਤਾ, ਉਹ ਉਸ ਗੱਲ 'ਚ ਪੈਂਦੇ ਸੀ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਤਰਕਸ਼ੀਲ ਮੂਵਮੈਂਟ ਬੜੀ ਤਕੜੀ ਚੱਲੀ ਸੀ। ਔਰ ਉਹ ਤਰਕਸ਼ੀਲ ਮੂਵਮੈਂਟ ਜਿਹੜੀ ਹੈਗੀ ਹੈ ਉਹ ਅੰਧ ਵਿਸ਼ਵਾਸ ਨੂੰ ਦੂਰ ਕਰਨ ਵਾਸਤੇ ਜਿਹੜੇ ਅਸਲ ਕਾਰਨ ਹੈ ਉਹ ਲੱਭਦੀ ਹੁੰਦੀ ਸੀ, ਤੇ ਲੋਕਾਂ ਦੇ ਘਰਾਂ 'ਚ ਕਈਆਂ ਦੇ ਵਿੱਚ ਇਲਾਜ ਵੀ ਹੋ ਜਾਂਦਾ ਸੀ, ਤੇ ਕਈਆਂ ਦੀਆਂ ਜਿਹੜੀਆਂ ਹੈਗੀਆਂ ਘਰੇਲੂ ਲੜਾਈਆਂ ਵੀ ਖਤਮ ਹੋ ਗਈਆਂ ਸੀ। ਇੱਦਾਂ ਹੀ ਤੁਸੀਂ ਦੇਖਿਆ ਹੋਣਾ ਹੈ ਕਿ ਕਰਨਾਟਕਾ ਦੇ ਵਿੱਚ ਤੇ ਉਸ ਇਲਾਕੇ ਦੇ ਵਿੱਚ ਅੰਧ ਵਿਸ਼ਵਾਸ ਦੇ ਖਿਲਾਫ ਕੁਝ ਲੋਕਾਂ ਨੇ, ਜਿਵੇਂ ਡਾਕਟਰ ਦਬੋਲਕਰ ਜੀ, ਉਹਨਾਂ ਨੇ ਇੱਕ ਮੁਹਿੰਮ ਚਲਾਈ ਸੀ, ਔਰ ਮੁਹਿੰਮ ਉਹ ਇੱਥੋਂ ਸਿਰੇ ਤੱਕ ਲੈ ਗਈ ਸੀ ਜੀ ਕਿ ਸਰਕਾਰ ਕਾਨੂੰਨ ਬਣਾਉਣ ਲਈ ਸਹਿਮਤ ਹੋ ਗਈ ਸੀ ਕਿ ਜੇ ਅਸੀਂ ਕਾਨੂੰਨ ਬਣਾ ਦਿੰਦੇ ਹਾਂ ਅੰਧ ਵਿਸ਼ਵਾਸ ਦੇ ਖਿਲਾਫ। ਰੱਬ ਨੂੰ ਮੰਨਣਾ ਇਹ ਵੱਖਰੀ ਗੱਲ, ਇਹ ਤੁਹਾਡੀ ਆਸਥਾ ਦੀ ਗੱਲ ਹੈ। ਅੰਧ ਵਿਸ਼ਵਾਸ ਜਿਹੜਾ ਹੈਗਾ ਉਹ ਖਤਰਨਾਕ ਹੁੰਦਾ ਹੈ। ਹੁਣ ਜਿਹੜੀ ਆਪਾਂ ਗੱਲ ਕਰਦੇ ਤੇ ਉਹ ਮੈਂ ਜਿਹੜੀ ਡਾਕਟਰ ਦਬੋਲਕਰ ਦੀ ਗੱਲ ਕਰਦਾ ਸੀ, ਦਬੋਲਕਰ ਹੋਰਾਂ ਦਾ ਕਤਲ ਕਰਤਾ ਸੀ ਜੀ। ਕੀਤਾ ਕੀ ਸੀ, ਉਹ ਅੰਧ ਵਿਸ਼ਵਾਸ ਦੇ ਨਾਲ ਜਿਨ੍ਹਾਂ ਨੇ ਥੋੜੀ ਜਿਹੀ ਰਾਜਨੀਤੀ ਦੀ ਪੁੱਠ ਚੜੀ ਹੋਈ ਸੀ ਜੀ, ਉਹ ਇੱਕ ਆਰਗੇਨਾਈਜੇਸ਼ਨ ਸੀ ਜਿਨ੍ਹਾਂ ਨੇ ਕਰਵਾਇਆ ਸੀ। ਹੁਣ ਜਿਹੜੀ ਇਹ ਖਬਰ ਆ ਰਹੀ ਹੈ ਜੀ, ਇਹ ਖਬਰ ਆ ਰਹੀ ਹੈ ਤਾਮਿਲਨਾਡੂ ਤੋਂ। ਅੱਛਾ। ਤਾਮਿਲਨਾਡੂ ਦੇ ਵਿੱਚ ਮੇਰਾ ਖਿਆਲ ਹੈ ਉਹਦਾ ਨਾਂ ਹੈਗਾ ਕਾਂਚੀਪੁਰ ਹੈ ਕੋਈ ਇਲਾਕਾ ਜੀ। ਉੱਥੇ ਇੱਕ ਬੰਦੇ ਨੇ ਪਹਿਲਾਂ ਤਾਂ ਆਪਣੀ 12 ਸਾਲ ਦੀ ਧੀ ਨੂੰ ਉਹਦਾ ਗਲ ਵੱਢਿਆ, ਗਲ ਵੱਢ ਕੇ ਉਹਦਾ ਕਤਲ ਕੀਤਾ। ਉਹ ਤੋਂ ਬਾਅਦ ਫਿਰ 10 ਸਾਲਾ ਬੱਚੀ ਜੀ, ਬੇਟੀ ਮਤਲਬ, ਤੇ 7 ਸਾਲਾ ਬੇਟਾ, ਦੋਨਾਂ ਨੂੰ ਰੱਸੇ ਦੇ ਨਾਲ ਬੰਨ੍ਹ ਕੇ ਜੀ ਉਹਨਾਂ ਨੂੰ ਸੁੱਟਤਾ ਖੂਹ 'ਚ। ਅੱਛਾ। ਨੇੜੇ ਇੱਕ ਦਰਖਤ ਸੀਗਾ। ਅੱਛਾ। ਤੇ ਫਿਰ ਦਰਖਤ ਨਾਲ ਖੁਦ ਫਾਹਾ ਲੈ ਲਿਆ। ਦੱਸੋ। ਹੁਣ ਇਹਦੇ ਤੇ ਮੈਂ ਇੱਕ ਅਖਬਾਰ ਦੇ ਵਿੱਚ ਜਦੋਂ ਖਬਰ ਪੜ੍ਹੀ ਤੇ ਉਹਨਾਂ ਨੇ ਲਿਖਿਆ ਜੀ ਇਹ ਬੰਦਾ ਧਾਰਮਿਕ ਬਿਰਤੀ ਵਾਲਾ ਸੀ। ਮੈਨੂੰ ਬੜਾ ਸ਼ੌਕ ਲੱਗਿਆ ਵੀ ਧਾਰਮਿਕ ਬਿਰਤੀ ਤਾਂ ਮਤਲਬ ਬੰਦੇ ਨੂੰ ਇਸ ਤਰ੍ਹਾਂ ਨਹੀਂ ਇਸ ਪਾਸੇ ਨੂੰ ਲੈ ਕੇ ਜਾਂਦੀ। ਲੇਕਿਨ ਹੌਲੀ ਹੌਲੀ ਮੈਂ ਹੋਰ ਕੱਢ ਕੇ ਦੇਖੀ, ਅੰਗਰੇਜ਼ੀ ਅਖਬਾਰ ਵਗੈਰਾ ਥੋੜਾ ਦੇਖਿਆ ਤਾਂ ਪਤਾ ਲੱਗਿਆ ਕਿ ਅਸਲ ਦੇ ਵਿੱਚ ਅਸੀਂ ਅੰਧ ਵਿਸ਼ਵਾਸ ਦਾ ਤੇ ਧਰਮ ਦਾ ਵੀ ਆਪਣਾ ਰਲ ਗੱਡ ਕਰਦੇ। ਪੱਤਰਕਾਰਾਂ ਨੂੰ ਹੀ ਪਤਾ ਹੁੰਦਾ ਲਿਖਣ ਵਾਲੇ, ਮੇਰਾ ਖਿਆਲ ਪੱਤਰਕਾਰ ਦੇ ਹੀ ਮਤਲਬ ਉਹਦੀ ਕਿਰਪਾ ਹੋਈ ਹੈ। ਉਹਨੇ ਮਤਲਬ ਰਲ ਗੱਡ ਕਰਤਾ ਵੀ ਜਿਹੜਾ ਧਰਮ ਹੈ, ਧਰਮ ਤਾਂ ਤੁਹਾਨੂੰ ਤੁਹਾਡੀ ਆਸਥਾ ਦੇ ਮੁਤਾਬਕ ਤੁਹਾਨੂੰ ਸੰਸਕਾਰ ਵੀ ਦਿੰਦਾ ਜੀ। ਧਰਮ ਤੁਹਾਨੂੰ ਚਲੋ ਠੀਕ ਹੈ, ਕਈ ਥਾਵਾਂ ਦੇ ਉੱਤੇ ਕੱਟੜਪੁਣਾ ਵੀ ਆ ਜਾਂਦਾ, ਮਾੜੀ ਗੱਲ ਹੈ, ਕੱਟੜਪੁਣਾ ਨਹੀਂ ਆ ਜਾਂਦਾ, ਨਹੀਂ ਹੋਣਾ ਚਾਹੀਦਾ। ਲੇਕਿਨ ਜੇ ਅਸੀਂ ਸਾਰੇ ਧਰਮਾਂ ਦਾ ਸਾਰ ਤੱਤ ਦੇਖੀਏ ਜੀ ਤਾਂ ਉਹਨਾਂ ਧਰਮਾਂ ਦੇ ਵਿੱਚ ਤਾਂ ਇਹ ਦੱਸਿਆ ਕਿ ਕਿਸੇ ਦਾ ਬੁਰਾ ਨਾ ਤਕਾਓ, ਕਿਸੇ ਦਾ ਬੁਰਾ ਨਾ ਕਰੋ, ਜਿਹੜੇ ਹੈਗੇ ਰਲ ਮਿਲ ਕੇ ਰਹੋ, ਭਾਈਚਾਰਕ ਏਕਤਾ ਦੀ ਸਾਰੇ ਧਰਮ ਜਿਹੜੇ ਹੈਗੇ ਹੈ ਉਹ ਕਾਲ ਦਿੰਦੇ ਜੀ। ਪਰ ਅਸੀਂ ਜਿਹੜੇ ਹੈਗੇ ਉਹਦੀ ਵਿਆਖਿਆ ਕਰਨ ਵਾਲੇ ਬੰਦੇ, ਅਸੀਂ ਉਹਨੂੰ ਉਲਟ ਫੁਲਟ ਕਰਕੇ ਦੂਜੇ ਲੋਟ ਕਰ ਲੈਂਦੇ। ਸੋ ਇੱਥੇ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਧਾਰਮਿਕ ਬਿਰਤੀ ਵਾਲਾ ਬੰਦਾ ਸੀ ਜੀ। ਪਤਾ ਲੱਗਿਆ ਕਿ ਧਾਰਮਿਕ ਬਿਰਤੀ ਵਾਲਾ ਨਹੀਂ, ਅਸਲ ਦੇ ਵਿੱਚ ਇਹਦੇ ਤੇ ਅੰਧ ਵਿਸ਼ਵਾਸ ਭਾਰੂ ਸੀ। ਔਰ ਉਹ ਅੰਧ ਵਿਸ਼ਵਾਸ ਦੇ ਚੱਲਦਿਆਂ ਇਸ ਬੰਦੇ ਨੇ ਆਪਣਾ ਘਰ ਬਰਬਾਦ ਕਰਤਾ। ਉਹਨਾਂ ਬੱਚੇ ਨੇ ਵਿਚਾਰੇ ਨੇ ਪਤਾ ਨਹੀਂ ਕੀ ਬਣਨਾ ਸੀ। ਦੱਸੋ ਉਹਨਾਂ ਨੇ ਕਿੱਥੋਂ ਤੱਕ ਪਹੁੰਚਣਾ ਸੀ, ਹਾਂ ਕੀ ਬਣਨਾ। ਹੁਣ ਉਹਨੂੰ ਪਤਾ ਨਹੀਂ ਕੀ ਜਿਹੜਾ ਕੋਈ ਜੋਤਸ਼ੀ ਹੋਊਗਾ ਜਾਂ ਉਹਦਾ ਕੋਈ ਆਕਾ ਹੋਊਗਾ, ਨਜ਼ੂਮੀ ਹੋਊ, ਉਸ ਨਜ਼ੂਮੀ ਨੇ ਉਹਨੂੰ ਕੀ ਪਾਠ ਪੜ੍ਹਾਇਆ ਹੋਣਾ ਕਿ ਜੇ ਤੂੰ ਆਹ ਕਰੇਗਾ ਤਾਂ ਤੇਰਾ ਆਹ ਹੋ ਜੂ, ਤੇਰਾ ਆਹ ਹੋ ਜੂ। ਕਈ ਵਾਰੀ ਜਿਵੇਂ ਅਸੀਂ ਦੇਖਿਆ ਵਾ ਕੁਝ ਲੋਕਾਂ ਨੂੰ ਇਹ ਵੀ ਲਾਰੇ ਦਿੱਤੇ ਜਾਂਦੇ ਆ ਕਿ ਜੇ ਤੁਸੀਂ ਧਰਮ ਦੀ ਖਾਤਰ ਮਰੋਗੇ, ਤੁਸੀਂ ਜਹਾਦ ਕਰੋਗੇ, ਮੈਂ ਜਹਾਦ ਵਾਲੀ ਸ਼ਬਦ ਤਾਂ ਨਹੀਂ ਗੱਲ ਕਰਦਾ ਜੀ, ਤਾਂ ਤੁਹਾਨੂੰ ਜਿਹੜਾ ਹੈਗਾ ਬਹੁਤ ਸੁਰਗਾਂ ਦੇ ਵਿੱਚ ਤੁਹਾਡਾ ਵਾਸਾ ਹੋਊਗਾ। ਜਿਹੜਾ ਬੰਦਾ ਅੱਜ ਮਰ ਗਿਆ ਸੁਰਗਾਂ 'ਚ ਵਾਸਾ, ਹਾਂ ਸੁਰਗਾਂ 'ਚ ਵਾਸਾ ਹੋਊਗਾ ਜਾਂ ਨਾ ਹੋਊਗਾ ਤਾਂ ਵੱਖਰੀ ਗੱਲ ਹੈ। ਪਰ ਇਹ ਤੋਂ ਵਧੀਆ ਸੁਰਗ ਤਾਂ ਮੇਰਾ ਖਿਆਲ ਹੈ ਜਿਹੜੀ ਬੰਦੇ ਨੂੰ ਇੱਕ ਮਨੁੱਖੀ ਜ਼ਿੰਦਗੀ ਮਿਲੀ ਹੈ, ਇਹ ਤੋਂ ਵਧੀਆ ਸੁਰਗ ਤਾਂ ਕੋਈ ਹੋ ਹੀ ਨਹੀਂ ਸਕਦਾ। ਇਹਦੇ ਤੇ ਬਾਬੇ ਨਾਨਕ ਨੇ ਜਿਹੜਾ, ਜੇ ਅਸੀਂ ਕਹੀਏ ਸਿੱਖ ਧਰਮ ਦੀ ਗੱਲ ਕਰਦੇ ਹਾਂ, ਮੈਂ ਕੋਈ ਪ੍ਰਚਾਰਕ ਨਹੀਂ, ਕੋਈ ਮੈਂ ਵਿਦਵਾਨ ਨਹੀਂ, ਲੇਕਿਨ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ, ਸਿੱਖ ਧਰਮ ਦੀ ਇੱਕ ਬੁਨਿਆਦੀ ਚੀਜ਼ ਹੈ ਜੀ ਕਿ ਬਾਬੇ ਨਾਨਕ ਨੇ ਕਿਰਤ ਕਰੋ, ਕਿਰਤ ਕਰੋ, ਵੰਡ ਛਕੋ, ਨਾਮ ਜਪੋ, 3 ਗੱਲਾਂ ਕਹੀਏ। ਔਰ ਉਹਨਾਂ ਨੇ ਕਿਹਾ ਕਿ ਜਿਹੜੇ ਘਰ ਛੱਡ ਕੇ ਭੱਜਣ ਵਾਲੇ ਲੋਕ ਹੈ
ਜਿਹੜੇ ਸਾਧ ਬਣਦੇ ਆ ਜਾ ਕੇ ਆਪਣੀ ਕਬੀਲਦਾਰੀ ਤੋਂ ਛੱਡਦੇ ਉਹ, ਇਹ ਬੰਦੇ ਬਹੁਤ ਗਲਤ ਹੈ। ਤੁਹਾਨੂੰ ਆਪਣੀ ਕਬੀਲਦਾਰੀ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ। ਅਸਲ ਦੇ ਵਿੱਚ ਜਿਹੜੀ ਧਰਮ ਦਾ ਮੂਲ ਮੰਤਰ ਆਪਾਂ ਦੇਖੀਏ ਜਾਂ ਧਰਮ ਦੀ ਜਿਹੜੀ ਹੈਗੀ ਸਿੱਖਿਆ ਜੀ, ਉਹ ਤਾਂ ਬੰਦੇ ਨੂੰ ਦਿੰਦੀ ਹੈ ਜੀਵਨ ਜਾਂਚ। ਲੇਕਿਨ ਇੱਥੇ ਕੀ ਹੈ ਕਿ ਇੱਥੇ ਕੁਝ ਜਦੋਂ ਅਧਪੜਾਂ ਦੇ ਹੱਥ ਦੇ ਵਿੱਚ ਗੱਲ ਆ ਜਾਂਦੀ ਹੈ ਜੀ, ਜਾਂ ਕੁਝ ਸ਼ਰਾਰਤੀ ਬੰਦਿਆਂ ਦੇ ਹੱਥ 'ਚ ਆ ਜਾਂਦੀ ਹੈ, ਉਹਨੂੰ ਵਿਗਾੜ ਦਿੰਦੇ ਹੈ। ਲੇਕਿਨ ਇਹਨੂੰ ਨਹੀਂ ਅਸੀਂ ਕਹਿ ਸਕਦੇ, ਜਿਹੜੇ ਇਸ ਕਿਸਮ ਦੇ ਮਾਨਸਿਕ ਤੌਰ 'ਤੇ ਬਿਮਾਰ ਬੰਦੇ ਹੁੰਦੇ ਹੈ ਉਹਨਾਂ ਨੂੰ ਅਸੀਂ ਧਾਰਮਿਕ ਬਿਰਤੀ ਵਾਲੇ ਨਹੀਂ ਕਹਿ ਸਕਦੇ। ਇਹ ਅੰਧ ਵਿਸ਼ਵਾਸੀ ਹੈ, ਅੰਧ ਵਿਸ਼ਵਾਸ ਦੇ ਸ਼ਿਕਾਰ ਹੈ ਜੀ। ਢਿੱਲੋਂ ਸਾਹਿਬ, ਮੈਂ ਥੋੜ੍ਹਾ ਜਿਹਾ ਅਪਡੇਟ ਨਹੀਂ ਹੈਗਾ, ਜੇ ਤੁਹਾਡੇ ਕੋਲ ਕੋਈ ਅਪਡੇਟ ਆ। ਉਹ ਕੁੜੀ ਜਿਹੜੀ ਮੈਨੂੰ ਸਵਾਲਾਤ ਆਏ ਸੀਗੇ, ਜੋਤੀ, ਜਿਹੜੀ ਆਪਣੇ ਯੂਨੀਵਰਸਿਟੀ ਦੇ ਵਿੱਚ ਜਿਹਦੀ ਉੱਤੋਂ ਹੋਈ ਸੀਗੀ ਮੌਤ, ਉਹ ਕੀ ਨਿਕਲਿਆ ਜੀ? ਕੋਈ ਹੋਈ ਅਪਡੇਟ, ਕੋਈ ਖੁਲਾਸਾ ਹੋਇਆ ਉਹਦਾ ਹਜੇ ਤੱਕ? ਦੇਖੋ, ਕੇਸ ਰਜਿਸਟਰ ਹੋ ਗਿਆ ਉਹ ਮਰਡਰ ਦਾ, ਕਿ ਮਰਡਰ ਹੋਇਆ, ਲੇਕਿਨ ਸਰਕਮਸਟੈਂਸਿਸ ਜਿਹੜੇ ਹੈਗੇ ਆ, ਵੈਸੇ ਤਾਂ ਪੋਲੀਟੀਕਲ ਬੰਦਿਆਂ ਨੇ ਵੀ ਆਉਣਾ ਸ਼ੁਰੂ ਕਰ ਦਿੱਤਾ, ਕੁਝ ਦਲਿਤ ਆਰਗੇਨਾਈਜੇਸ਼ਨਸ ਹੈ ਜੀ, ਉਹ ਵੀ ਉਸ ਪਰਿਵਾਰ ਦੀ ਮਦਦ ਤੇ ਆਏ ਹੈ ਕਿ ਹਾਂ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ। ਅਸੀਂ ਵੀ ਇਸ ਗੱਲ ਦੇ ਹੱਕ ਵਿੱਚ ਹਾਂ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਮਸਲਨ ਜੇ ਕੁੜੀ ਦਾ ਕਤਲ ਕੀਤਾ, ਐਵੀਡੈਂਸ ਕਤਲ ਦੀ ਹੈਗੀ, ਤਾਂ ਜ਼ਰੂਰ ਕਤਲ ਦਾ ਪਰਚਾ ਹੋਣਾ ਚਾਹੀਦਾ। ਅਗਰ ਕਤਲ ਨਹੀਂ ਕੀਤਾ, ਉਹਨੂੰ ਠਿੱਠ ਬਰਾਨ ਕੀਤਾ ਜਾਂਦਾ ਸੀ, ਉਹਨੂੰ ਦੁਖੀ ਕੀਤਾ ਜਾਂਦਾ ਸੀ, ਉਹ ਸੁਸਾਈਡ ਕਰ ਲੈਂਦੀ ਹੈ ਜੀ, ਉੱਪਰੋਂ ਛਾਲ ਮਾਰ ਦਿੰਦੀ ਹੈ ਛੱਤ ਦੇ ਉੱਪਰੋਂ, ਔਰ ਉਹਦੀ ਡੈਥ ਹੋ ਜਾਂਦੀ ਹੈ, ਤਾਂ ਉਹ ਵੀ ਜੁਰਮ ਕੋਈ ਘੱਟ ਨਹੀਂ, ਜੁਰਮ ਉਹ ਵੀ ਬਹੁਤ ਵੱਡਾ। ਹਾਂਜੀ, ਪਰ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਜਦੋਂ ਗੁੱਸੇ 'ਚ ਹੁੰਦੇ ਹਾਂ, ਗੁੱਸੇ 'ਚ ਹੋ ਕੇ ਅਸੀਂ ਕਹਿੰਦੇ ਵੱਡੀ ਧਾਰਾ ਲਾ ਦਿਓ, ਉਹ ਵੱਡੀ ਧਾਰਾ ਫਿਰ ਅਦਾਲਤ 'ਚ ਜਾ ਕੇ ਖੜਦੀ ਨਹੀਂ ਜੀ। ਅੱਜ ਵੀ ਮੈਂ ਦੇਖ ਰਿਹਾ ਸੀਗਾ, ਸੱਦਾ ਆਇਆ ਸੀ ਪਰਿਵਾਰ ਦਾ ਵੀ ਤੇ ਕੁਝ ਹੋਰ ਔਰਗਨ ਵੀ, ਆਮ ਆਦਮੀ ਪਾਰਟੀ ਦੀ ਜਿਹੜੀ ਆਪਣੀ MLA ਬੀਬੀ ਬਲਜਿੰਦਰ ਕੌਰ, ਉਹ ਵੀ ਉਹਨਾਂ ਦੇ ਘਰੇ ਗਈ ਹੋਈ ਸੀਗੀ ਦੁਪਹਿਰੇ, ਉਹ ਵੀ ਗਏ, ਹੋਰ ਵੀ ਲੋਕ ਆਉਂਦੇ। ਲੇਕਿਨ ਜਿਹੜੀ ਇੱਕ ਗੱਲ ਹੈ ਕਿ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਜੀ, ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਮਲਟੀਪਲ ਇੰਜਰੀਜ਼ ਹੈ। ਉਹ ਤਾਂ ਉੱਤੋਂ ਡਿੱਗੀ ਹੈ ਤੇ ਮਲਟੀਪਲ ਹੋਣਗੇ, ਉਹ ਤਾਂ ਹੋਣਗੇ। ਹੁਣ ਇਹ ਅਸਲ ਅੰਦਰਲੀ ਕਹਾਣੀ ਕੀ ਹੈ? ਅੰਦਰਲੀ ਕਹਾਣੀ ਮੇਰੇ ਖਿਆਲ ਮੁਤਾਬਕ ਹੈ, ਕਿਉਂਕਿ ਚਲੋ ਅਸੀਂ ਧੀਆਂ ਭੈਣਾਂ ਵਾਲੇ ਆਪ ਵੀ, ਆਪਾਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ। ਆਮ ਤੌਰ ਤੇ ਅਸੀਂ ਦੁਨੀਆਦਾਰੀ ਦੇ ਵਿੱਚ ਰਹਿੰਦੇ ਹਾਂ, ਕੁੜੀਆਂ ਮੁੰਡਿਆਂ ਦਾ ਆਪਸ ਵਿੱਚ ਅਫੇਅਰ ਹੋ ਜਾਂਦਾ, ਕਈ ਵਾਰੀ ਇਸ ਦੇ ਵਿੱਚ ਸਬੰਧ ਵੀ ਬਣ ਜਾਂਦੇ, ਇਹਦੇ ਵਿੱਚ ਕੋਈ ਗੜਬੜ ਵੀ ਹੋ ਜਾਂਦੀ ਹੈ ਜੀ। ਇੱਕ ਪਾਰਟਨਰ ਜਿਹੜਾ ਹੈਗਾ, ਜੇ ਕਈ ਵਾਰੀ ਮਤਲਬ ਵੀ ਤੁਸੀਂ ਐਕਸਪਲੋਇਟ ਕਰਕੇ ਤੇ ਭੱਜਣਾ ਚਾਹੁੰਦਾ, ਉਸ ਵੇਲੇ ਬੰਦੇ ਨੂੰ ਗੁੱਸਾ ਵੀ ਆ ਜਾਂਦਾ। ਉਹ ਵੀ ਕਈ ਵਾਰੀ ਫਿਰ ਇਸ ਤਰ੍ਹਾਂ ਵੀ ਹੁੰਦਾ ਕਿ ਦੋਨਾਂ ਦੇ ਵਿੱਚੋਂ ਇੱਕ ਪਾਰਟਨਰ ਜੇ ਕਹਿੰਦਾ ਤੂੰ ਭੱਜਣਾ, ਤੇ ਉਹਦੇ 60 ਫੇਟ ਵੀ ਮਾਰ ਦਿੰਦਾ। ਹਾਂਜੀ, ਉੱਥੇ ਵੀ ਇਹ ਗੱਲ ਹੋ ਸਕਦੀ ਹੈ। ਬੜੇ ਵੱਡੇ ਲੋਕ ਹੈ, ਇਸ ਤੱਕ ਸਧਾਰਨ ਲੋਕ ਆ। ਉਹ ਵਿਚਾਰੀ ਕਲਰਕ ਸੀਗੀ, ਤੁਸੀਂ ਯਾਦ ਕਰੋ ਟਾਈਮ ਜਦੋਂ ਇੱਕ IPS ਆਫੀਸਰ ਦੀ ਵਾਈਫ ਵੀ ਦਿੱਲੀ ਦੇ ਵਿੱਚ ਇਹੀ ਕੁਝ ਹੋਇਆ ਸੀ, ਉੱਤੋਂ ਛਾਲ ਮਾਰੀ ਸੀ ਕਿ ਕੀ ਸੀ, ਉਹਦਾ ਬੜਾ ਰੱਬ ਜਾਣਦਾ ਸੀਗਾ, ਉਦੋਂ ਵੀ ਬੜਾ ਕੁਝ ਹੋਇਆ ਸੀ। ਸੋ ਗੱਲ ਇਹ ਕਿ ਉਹ ਜਿਵੇਂ ਕਹਿੰਦੇ ਤੇ ਜੇ ਵੱਡਾ ਬੰਦਾ ਹੋਵੇ ਤਾਂ ਵੱਡੇ ਬੰਦਿਆਂ ਦਾ ਤਾਂ ਫਿਰ ਹੁੰਦਾ ਵੀ ਸ਼ੁਗਲ ਬੁਗਲ ਚੱਲ ਜਾਂਦੀ ਹੈ, ਮਾੜਾ ਬੰਦਾ ਹੋਵੇ ਤਾਂ ਕਹਿਣਗੇ ਵੀ ਦੀ ਧੀ ਭੈਣ ਖਰਾਬ ਸੀ। ਇਸ ਕਰਕੇ ਮੈਂ ਅੱਜ ਤੱਕ ਇਹਦੇ ਪੂਰੀ ਹੈ, ਪਰ ਇਹ ਹੈ ਗੱਲ ਕੋਈ ਅਫੇਅਰ ਦੀ, ਇਹ 'ਚ ਕੋਈ ਰੌਲਾ ਨਹੀਂ। ਤੇ ਢਿੱਲੋਂ ਸਾਹਿਬ ਕਹਿੰਦੇ ਕੈਪਟਨ ਨੇ ਜਿੰਨੇ ਭਖੇ ਫਿਰਦੇ ਸੀ ਉਹਨਾਂ ਦੇ ਪਾਣੀ ਦਾ ਛਿੱਟਾ ਮਾਰਤਾ ਕਾਂਗਰਸੀਆਂ ਤੇ। ਦੇਖੋ, ਗੱਲ ਇਹ ਵੀ ਜਿਸ ਗੱਲ ਪਿੱਛੇ ਰੌਲਾ ਪਿਆ ਸੀ, ਆਪਾਂ ਉੱਥੇ ਚਰਚਾ ਬਹੁਤ ਵਾਰੀ ਕਰ ਲਈ, ਕਿਉਂਕਿ ਇਸ ਹਮਾਮ ਦੇ ਵਿੱਚ ਸਾਰੇ ਨੰਗੇ, ਘੱਟ ਕੋਈ ਨਹੀਂ। ਜੇ ਅਸੀਂ ਕਹਿ ਦਈਏ ਕਿ ਇਕੱਲੇ ਅਫਸਰ ਹੀ ਦੋਸ਼ੀ ਹੈ, ਤਾਂ ਭਲੇ ਮਾਨਸ ਸਿਆਸਤਦਾਨ ਵੀ ਨਹੀਂ ਹੈਗੇ। ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਐਕਸਾਈਜ਼ ਪਾਲਿਸੀ ਦੇ ਉੱਤੇ ਜਿਹੜਾ ਰੌਲਾ ਪਿਆ, ਚੀਫ ਸੈਕਟਰੀ ਦੇ ਨਾਲ ਵਜ਼ੀਰਾਂ ਦਾ ਰੌਲਾ ਪਿਆ ਜੀ, ਉਸ ਰੌਲੇ ਤੋਂ ਬਾਅਦ ਰੌਲਾ ਤਾਂ ਪਾਲਿਸੀ ਦਾ ਸੀ, ਤੇ ਵਿੱਚੋਂ ਆ ਗਈ ਗੱਲ ਕਿ ਜੀ ਉਹਨੇ ਇੱਜ਼ਤ ਮਾਣ ਨਹੀਂ ਕੀਤਾ, ਉਹਨੇ ਇੱਕ ਵਜ਼ੀਰ ਦਾ ਨਿਰਾਦਰ ਵੀ ਕੀਤਾ ਜੀ। ਉਹਦੇ ਪ੍ਰਤੀ ਜਿਹੜਾ ਮਤਲਬ ਉਹਦੇ ਸ਼ਬਦ ਹੈ ਉਹ ਇੱਜ਼ਤ ਵਾਲੇ ਨਹੀਂ ਸੀ, ਸਗੋਂ ਉਹ ਸੀ ਜਿਹੜੇ ਬੰਦੇ ਨੂੰ ਠਿੱਠ ਕਰਨ ਵਾਲੇ ਸੀ। ਇਹਦੇ ਤੋਂ ਆਪਾਂ ਬਿਲਕੁਲ ਕਲੀਅਰ ਹੈ ਕਿ ਜਿਹੜੇ ਵਿਧਾਇਕ ਹੈ ਜੀ, ਵਿਧਾਇਕਾਂ ਦਾ ਰੁਤਬਾ ਚੀਫ ਸੈਕਟਰੀ ਤੋਂ ਉੱਪਰ ਹੈ, ਉਹਨਾਂ ਦਾ ਮਾਣ ਸਤਿਕਾਰ ਹੋਣਾ ਚਾਹੀਦਾ। ਪਰ ਮਤਲਬ ਜਿਹੜੀ ਗੱਲ ਦੇ ਉੱਤੇ ਰੌਲਾ ਪਿਆ ਸੀ ਐਕਸਾਈਜ਼ ਪਾਲਿਸੀ ਦੇ ਉੱਤੇ, ਸਾਰੇ ਵਜ਼ੀਰਾਂ ਨੇ ਤਾਂ ਕਦੇ ਚੀਫ ਮਿਨਿਸਟਰ ਆਪਦੀ ਮਰਜ਼ੀ ਨਾਲ ਜੋ ਮਰਜ਼ੀ ਕਰ ਲੇ। ਬਿਲਕੁਲ, ਸਾਨੂੰ ਤੇ ਪੂਰਾ ਵਿਸ਼ਵਾਸ ਹੈ ਚੀਫ ਮਿਨਿਸਟਰ ਨੇ ਉਸ ਪਾਲਿਸੀ ਨੂੰ ਪ੍ਰਵਾਨਗੀ ਦੇ ਦਿੱਤੀ। ਪ੍ਰਵਾਨਗੀ ਦੇਣ ਤੋਂ ਬਾਅਦ ਤੁਸੀਂ ਦੇਖੋ ਨਾ, ਚੀਫ ਮਿਨਿਸਟਰ ਨੇ ਸਖਤੀ ਕੀਤੀ ਹੈ ਕਿ ਜੀ ਜਿਹੜੀ ਨਜਾਇਜ਼ ਸ਼ਰਾਬ ਦਾ ਕੰਮ ਬੰਦ ਕਰੋ। ਹਾਂ, ਸਾਡੇ ਜ਼ਿਲ੍ਹੇ ਦੇ ਵਿੱਚ ਵੀ ਬੀੜ ਤਲਾ ਇੱਕ ਬਸਤੀ ਹੈ, ਕਈ ਬਸਤੀਆਂ ਦਾ ਸਮੂਹ ਹੈ। ਇੱਥੇ ਤਾਂ ਜਦੋਂ ਕੋਈ ਗੱਲ ਆਉਂਦੀ ਵੀ ਨਜਾਇਜ਼ ਸ਼ਰਾਬ ਵਿਕਦੀ ਹੈ ਤੇ ਪੁਲਿਸ ਦੀਆਂ ਧਾੜਾਂ ਉਧਰ ਨੂੰ ਹੋ ਜਾਂਦੀਆਂ, ਉੱਥੇ ਲਾਹ ਲੂਣ ਉਹਨਾਂ ਦੀ ਪਾਈ ਹੁੰਦੀ ਹੈ, ਗਰੀਬ ਬੰਦੇ ਆ, ਤੋੜ ਭੰਨ ਕੇ ਆ ਕੇ ਪਰਚੇ ਪੁਰਚੇ ਦੇ ਕੇ ਲਓ ਜੀ ਅਸੀਂ ਕਾਰਵਾਈ ਪਾਤੀ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ 2 ਨੰਬਰ ਦੇ ਵਿੱਚ ਦਾਰੂ ਪਿੰਡ ਵਿਕਦੀ ਹੈ। ਢਿੱਲੋਂ ਸਾਹਿਬ, ਜਿਹੜੀ ਹੁਣ ਉਹ
ਫਾਈਲਕ ਵਾਲੇ ਰੌਲਾ ਪਾਈ ਜਾਂਦੇ ਆ ਵੀ ਬ੍ਰਾਂਡ ਹੈ, ਬ੍ਰਾਂਡ ਬੋਤਲ ਆ ਸਾਰੀ, ਤੇ ਉਹਦੇ ਉੱਤੇ ਬੈਚ ਨਹੀਂ ਹੈਗਾ, ਕੁਛ ਨੰਬਰ ਨਹੀਂ ਹੈਗਾ, ਤੇ ਲਿਖਿਆ ਹੋਰ ਕੁਛ ਹੈ। ਫਾਜ਼ਿਲਕਾ ਤਾਂ ਫੇਰ ਦੂਰ ਹੈ। ਹਾਂ, ਆਪਾਂ ਹੀ ਖਬਰ ਡਿਸਕਸ ਕੀਤੀ ਸੀ ਸਾਡੇ ਤਲਵੰਡੀ ਸਾਬੋ ਚ ਕਰਫਿਊ ਦੇ ਵਿੱਚ ਕਿਵੇਂ ਕਿ ਇੱਕ ਜਿਹੜੀ ਸ਼ਰਾਬ ਵਾਲੀ ਗੱਡੀ ਜਿਹੜੀ ਹੈ ਜਾਂਦੀ ਹੈ ਤੇ ਪੁਲਿਸ ਵਾਲੇ ਉਹਨੂੰ ਪ੍ਰੋਟੈਕਟ ਕਰਦੇ ਆ। ਹੁਣ ਇਹ ਡੀਜੀਪੀ ਨੂੰ ਕਹਿ ਦਿੱਤਾ ਚੀਫ ਮਿਨਿਸਟਰ ਨੇ ਕਿ ਉਹਨਾਂ ਬੰਦਿਆਂ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਦੇ ਖਿਲਾਫ ਕਾਰਵਾਈ ਕਰੋ। ਇਹ ਤਾਂ ਹੁਣ ਗੱਲ ਆ ਚੁੱਕੀ ਹੈ ਪਹਿਲਾਂ, ਲੇਕਿਨ ਉਧਰਲੇ ਪਾਸੇ ਕਿਉਂ ਨਹੀਂ ਪੈਂਦੇ ਜਿਹੜੇ ਲੋਕ ਇਸ ਤਰ੍ਹਾਂ ਥੱਲੇ ਤੱਕ ਵੱਡੇ ਪੱਧਰ ਦੇ ਉੱਤੇ ਜਿਹੜੀ ਹੈ ਠੇਕਿਆਂ ਦੇ ਆਪਣੇ ਥੋੜੇ ਡੱਬਿਆਂ ਦੇ ਡੱਬੇ ਪਿੰਡਾਂ 'ਚ ਜਾਂਦੇ ਆ ਵਿਕਦੇ। ਅੱਗੇ ਪਿੰਡ ਦੇ ਵਿੱਚ ਇੱਕ ਠੇਕਾ ਹੁੰਦਾ ਸੀ, ਜੇ 2-3 ਪਿੰਡ ਹੁੰਦੇ ਤਾਂ ਦੂਜੇ ਪਿੰਡ ਦੇ ਵਿੱਚ ਜੇ ਕਿਸੇ ਦੇ ਕੋਲੇ ਰੱਖੀ ਹੁੰਦੀ ਸ਼ਰਾਬ ਦੇ ਕੋਈ 2 ਡੱਬੇ ਰੱਖੇ ਹੁੰਦੇ ਤਾਂ ਉਹਨੂੰ ਬ੍ਰਾਂਚ ਕਹਿ ਦਿੰਦੇ ਸੀ। ਤੇ ਹੁਣ ਹਰ ਗਲੀ ਦੇ ਵਿੱਚ ਬ੍ਰਾਂਚ ਹੈ, ਹਰ ਸਾਰਾ ਕੁਝ ਉਹਦੇ ਤੇ ਮਤਲਬ ਜਿਹੜੇ ਕਾਰਵਾਈ ਹੋਣੀ ਚਾਹੀਦੀ ਸੀ ਵੈਸੇ ਇੱਥੇ ਤਾਂ ਹੁੰਦੇ। ਪਰ ਜਿਹੜੀ ਆਪਾਂ ਗੱਲ ਕਹਿੰਦੇ ਜੇ ਦੂਜੇ ਪਾਸੇ ਤੁਸੀਂ ਦੇਖੋ ਜੀ ਕਿ ਇੱਕ ਫੈਕਟਰੀ ਪਹਿਲਾਂ ਫੜੀ ਗਈ ਸੀਗੀ ਖੰਨੇ, ਉਹਦੇ 'ਚ ਅਜੇ ਕੋਈ ਲੜ ਪਰਲਾ ਹੱਥ ਨਹੀਂ ਆਇਆ ਸੀ ਜੀ, ਤੇ ਹੁਣ ਖਬਰ ਆ ਗਈ ਜੀ ਕਿ ਇੱਕ ਕਾਂਗਰਸੀ ਸੱਜਣ ਉਹਦੇ 'ਚ ਗ੍ਰਿਫਤਾਰ ਕਰ ਲਿਆ। ਅੱਛਾ, ਰਾਜਪੁਰੇ ਵਾਲੀ 'ਚ ਕਿ ਖੰਨੇ ਵਾਲੀ 'ਚ? ਅੱਛਾ ਜੀ। ਉਹਨੂੰ SHO ਨੂੰ ਪੁੱਛਿਆ ਪੱਤਰਕਾਰਾਂ ਨੇ ਵੀ ਇਹਦੀ ਭੂਮਿਕਾ ਕੀ ਹੈ। ਉਹ ਕਹਿੰਦਾ ਭੂਮਿਕਾ ਇਹਦੀ ਇਹ ਹੈ ਕਿ ਇਹ ਬੰਦਾ 200 ਡੱਬੇ ਇਸ ਫੈਕਟਰੀ 'ਚੋਂ ਲੈ ਕੇ ਗਿਆ ਸੀ। ਅੱਛਾ ਜੀ, ਜਿੱਥੇ ਨਜਾਇਜ਼ ਬਣਦੀ ਸੀ, ਔਰ ਇਹਨੇ ਅਗਾਂਹ ਜਾ ਕੇ ਸਪਲਾਈ ਕੀਤੀ ਹੈ। ਇਹਦਾ ਦੋਸ਼ ਇਹਨਾਂ ਅਸੀਂ ਇਹਨੂੰ ਗ੍ਰਿਫਤਾਰ ਤਾਂ ਕੀਤਾ। ਉਹ ਕਾਂਗਰਸੀ ਹੈ, ਜੇ ਦੂਜਿਆਂ ਦਾ ਪਤਾ ਲੱਗਣਾ ਜਿਹਨਾਂ ਨੂੰ ਫੜਾਈ ਕਰਨੀ ਹੈ ਬਾਕੀ ਹੈ। ਉਹ ਤੋਂ ਬਾਅਦ ਫਿਰ ਤੁਸੀਂ ਦੇਖੋ ਪਹਿਲੇ ਦਿਨ ਰਾਜਪੁਰੇ ਦੇ ਇਲਾਕੇ ਦੇ ਵਿੱਚ ਰੇਡ ਹੁੰਦੀ ਹੈ ਜੀ। ਉੱਥੇ ਇੱਕ ਕਾਂਗਰਸੀ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਆਉਂਦੇ ਜੀ, ਔਰ ਉਹਨਾਂ ਦੇ ਲਿੰਕ ਕਿਹਦੇ ਨਾਲ ਜੁੜਦੇ? ਉਹਨਾਂ ਦੇ ਲਿੰਕ ਜੁੜਦੇ ਆ ਰਾਜਪੁਰੇ ਦੇ ਤੇ ਆਪਣੇ ਤੁਹਾਡੇ ਘਨੌਰ ਦੇ ਜੀ ਮੌਜੂਦਾ MLA ਦੋਨੋਂ ਕਾਂਗਰਸ ਨਾਲ ਹੈ। ਹਾਂਜੀ, ਉਹ ਵੀ ਕਾਂਗਰਸ ਨਾਲ ਹੈ। ਫਿਰ ਰਾਜਪੁਰੇ ਦੇ ਵਿੱਚ ਇੱਕ ਰੇਡ ਹੋਰ ਹੁੰਦੀ ਹੈ। ਉੱਥੇ ਇੱਕ ਜਿਹੜੀ ਹੈਗੀ ਹੈ ਤੁਹਾਡੀ 20 ਡਰਮ ਜਿਹੜੇ ਹੈਗੇ ਹੈ ਉਹ ਅਲਕੋਹਲ ਦੇ ਫੜੇ ਜਾਂਦੇ। ਜਿਹੜੀ ਅਲਕੋਹਲ ਤੋਂ ਦਾਰੂ ਬਣਦੀ ਹੈ ਉਹ ਕਿਹਦੀ ਫੜੀ ਜਾਂਦੀ ਹੈ ਜੀ? ਉਹ ਕੌਣ ਹੈ? ਉਹ ਅਕਾਲੀ ਦਲ ਦਾ ਹੈ, ਭਾਜਪਾ ਨਾਲ ਵੀ ਰਿਹਾ। ਰਾਜ ਕੁਮਾਰ ਖੁਰਾਣੇ ਦਾ ਬੇਲੀ ਹੁੰਦਾ ਸੀ, ਉਹਦੇ ਨਾਲ ਨੇੜਤਾ ਹੈ। ਤੇ ਦੂਜੇ ਉਲਟ ਤੁਸੀਂ ਦੇਖੋ ਕਿ ਅਕਾਲੀ ਦਲ ਵਾਲੇ ਪ੍ਰੈਸ ਕਾਨਫਰੰਸਾਂ ਕਰੀ ਜਾਂਦੇ, ਉਹ ਕਾਂਗਰਸ ਵਾਸਤੇ ਤਾਂ ਕਰੀ ਜਾਂਦੇ ਵੀ ਇਹਨਾਂ ਨੂੰ ਫੜ ਲਓ। ਆਪਦੇ ਨੂੰ ਕਹਿੰਦੇ ਜੀ ਸਾਡਾ ਤਾਂ ਹੈ ਹੀ ਨਹੀਂ, ਸਾਡਾ ਮੈਂਬਰ ਨਹੀਂ ਹੈਗਾ। ਉਹ ਕਹਿੰਦੇ ਫੋਟੋਆਂ ਸਾਰਿਆਂ ਨਾਲ ਉਧਰਲੇ ਪਾਸੇ। ਚਲੋ ਆਮ ਆਦਮੀ ਪਾਰਟੀ ਵਾਲੇ ਜੇ ਆਉਂਦੇ ਆ ਤੇ ਉਹ ਆ ਕੇ ਕਹਿਣ ਵੀ ਹਾਂਜੀ ਇਹ ਦੋਸ਼ੀ ਹੈ, ਵਜ਼ੀਰ ਵੀ ਦੋਸ਼ੀ ਹੈ, ਵਜ਼ੀਰਾਂ ਦੇ ਰਿਸ਼ਤੇਦਾਰ ਵੀ ਦੋਸ਼ੀ, ਇਹਨਾਂ ਨੂੰ ਫੜ ਲਓ। ਉਹਨਾਂ ਨੂੰ ਤਾਂ ਅਜੇ ਤੱਕ ਮੌਕਾ ਨਹੀਂ ਨਾ ਮਿਲਿਆ, ਉਹਨਾਂ ਨੂੰ ਰਾਜ ਭਾਗ ਚਲਾਉਣ ਦਾ ਮੌਕਾ ਨਹੀਂ ਮਿਲਿਆ। ਉਹ ਕਹਿ ਸਕਦੇ ਜੀ ਕਿਉਂਕਿ ਉਹਨਾਂ ਦਾ ਦਾਮਨ ਫਿਲਹਾਲ ਸਾਫ਼ ਹੈ, ਉਹਨਾਂ ਦੇ ਉੱਤੇ ਕੋਈ ਨਹੀਂ। ਹੁਣ ਤੁਹਾਡੇ ਤਾਂ ਸਾਰੇ ਇੱਥੋਂ ਆਪਾਂ ਜਿਵੇਂ ਸ਼ੁਰੂ 'ਚ ਕਹਿੰਦੇ ਸੀ ਕਿ ਜਿਹੜੀ ਹੈ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ, ਦੋਨੀ ਪਾਸੇ ਜੀ। ਵਜ਼ੀਰਾਂ ਦੇ ਵੀ ਸਿਆਸਤਦਾਨਾਂ ਦੇ ਲਿੰਕ ਸਾਰਿਆਂ ਦੇ ਹੈਗੇ। ਉਹਨਾਂ ਦੇ ਇਹਨਾਂ ਨੇ ਕਿਹਾ ਜੀ ਛੇਤੀ ਕਰੋ, ਚੀਫ ਸੈਕਟਰੀ ਨੂੰ ਚੱਲਦਾ ਕਰ ਦਿਓ। ਚੀਫ ਸੈਕਟਰੀ ਨੂੰ ਚੱਲਦਾ ਕੈਪਟਨ ਨੇ ਨਹੀਂ ਕੀਤਾ। ਪਰਸੋਂ ਫਿਰ ਚੀਫ ਸੈਕਟਰੀ ਤਾਂ ਜੇ ਪਹਿਲਾਂ ਇੱਕ ਆਪਾਂ ਕਹਿ ਗਏ ਸੀ ਨਾ ਉਹਦੇ ਤਰੇੜਾਂ ਦੀਆਂ ਤਾਂ ਪੈ ਗਈਆਂ 2-3 ਵਜ਼ੀਰ ਆ ਗਏ ਸੀ। ਤੇ ਕੱਲ ਫਿਰ ਮੀਟਿੰਗ ਬੁਲਾ ਲਈ, ਖਾਣੇ ਵਾਲੀ ਮੀਟਿੰਗ, ਲੰਚ ਡਿਪਲੋਮੈਸੀ। ਉਹ ਸੀਸਮਾ ਜਿਹੜਾ ਉਹਨਾਂ ਦਾ ਬਣਿਆ ਹੋਇਆ ਹੈ, ਰਹਿائش ਬਣੀ ਹੈ, ਫਾਰਮ ਹਾਊਸ ਹੈ, ਉੱਥੇ ਸੱਦ ਲਿਆ। ਉਹਦੇ ਵਿੱਚ ਗਏ ਆ ਜੀ ਆਪਣੇ ਸੁਖਜਿੰਦਰ ਸਿੰਘ ਰੰਧਾਵਾ ਵਜ਼ੀਰ ਆ, ਬੜੇ ਵੋਕਲ ਹੈ, ਬੋਲਣ ਦੇ ਵਿੱਚ ਉਹ ਕੋਈ ਕਸਰ ਨਹੀਂ ਛੱਡਦੇ। ਦੂਜੇ ਗਏ ਜੀ ਸੰਗਤ ਸਿੰਘ ਗਿੱਲ ਜੀ, ਮੇਰਾ ਖਿਆਲ ਵੀ ਬਹੁਤ ਸੀਨੀਅਰ MLA। ਹਾਂਜੀ, ਰਾਜਾ ਵੜਿੰਗ ਜੀ ਗਏ, ਇਹ ਵੀ ਯੂਥ ਕਾਂਗਰਸ ਦਾ ਆਲ ਇੰਡੀਆ ਦਾ ਪ੍ਰੈਜ਼ੀਡੈਂਟ ਹੈ, ਛੋਟੀ ਚੀਜ਼ ਨਹੀਂ ਹੈ। ਔਰ ਇੱਕ ਦਾ ਕੋਈ ਹੋਰ ਗਿਆ ਜੀ। 4 ਬੰਦੇ ਉੱਥੇ ਗਏ ਆ, ਇੱਕ ਵਜ਼ੀਰ ਜਾ ਕੇ ਚੌਧਰੀ ਸੁਨੀਲ ਜਾਖੜ ਵੀ ਸੀ ਜੀ, ਉਹਨਾਂ ਨੂੰ ਵੀ ਬੁਲਾਇਆ। ਇੱਥੇ ਜਾ ਕੇ ਇਹਨਾਂ ਨੇ ਆਪਣੀਆਂ ਗੱਲਾਂ ਬਾਤਾਂ ਕੀਤੀਆਂ ਤੇ ਗੱਲਾਂ ਬਾਤਾਂ ਕਰਨ ਤੋਂ ਬਾਅਦ ਵੀ ਜੀ ਚੀਫ ਸੈਕਟਰੀ ਨੇ ਇਹ ਗੱਲ ਕੀਤੀ, ਚੀਫ ਸੈਕਟਰੀ ਦੇ ਖਿਲਾਫ ਕਾਰਵਾਈ ਕਰੋ ਜੀ। ਜਿਹੜੀਆਂ ਗੱਲਾਂ ਹੁਣ ਬਾਹਰ ਆ ਰਹੀਆਂ, ਵੈਸੇ ਸਾਡੇ ਅਖਬਾਰਾਂ ਵਾਲਿਆਂ ਦਾ ਕੋਈ ਪਤਾ ਨਹੀਂ ਨਾ। ਕੱਲ ਤੁਸੀਂ ਦੇਖਿਆ ਹੋਣਾ, ਕੱਲ ਇੱਕ ਅਖਬਾਰ ਦੇ ਵਿੱਚ ਪਰਸੋਂ ਲੱਗੀ ਪਈ ਸੀ ਇੱਕ ਅਖਬਾਰ ਦੇ ਵਿੱਚ ਖਬਰ ਕਿ ਜੀ ਹੁਣ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ MLA ਨੇ। ਤੇ ਜਦੋਂ ਉਧਰੋਂ ਚਲੇ ਗਏ ਫਿਰ ਕਹਿੰਦੇ ਜੀ ਹੁਣ ਨਰਮ ਪੈ ਗਏ। ਉਹ ਮਤਲਬ ਤੁਸੀਂ ਉਹ ਸ਼ੇਰ ਬਾੜਨ ਵਾਲੀ ਗੱਲ ਸੁਣਾਉਂਦੇ ਹੁੰਦੇ ਨਾ ਇੱਕ, ਆਹੋ ਟਿਕਟ ਨਹੀਂ ਦਿੱਤੀ ਤਾਂ ਸ਼ੇਰ ਛੱਡ ਤੇ ਟਿਕਟਾਂ ਸਰਕਸ ਦੀਆਂ ਮਿਲ ਗਈਆਂ, ਪਾਸ ਨਹੀਂ ਮਿਲੇ ਤਾਂ ਉਹ ਸਰਕਸ ਵਾੜ। ਮੈਂ ਦੱਸ ਹੀ ਦਿੰਦਾ ਫਿਰ ਹੁਣ ਤੁਸੀਂ ਜੋ ਗੱਲ ਛੇੜੀ ਦਿੱਤੀ ਉਹ ਇਹ ਜੀ ਬਹੁਤ ਪਹਿਲਾਂ ਉਹਦੇ ਇੱਥੇ ਪੱਤਰਕਾਰ ਸਾਰੇ 7-8 ਹੁੰਦੇ ਸੀ। ਅੱਛਾ ਜੀ, ਬਠਿੰਡੇ 'ਚ 7-8 ਪੱਤਰਕਾਰ ਹੁੰਦੇ ਸੀ ਤੇ ਇੱਥੇ ਆ ਗਈ ਸਰਕਸ। ਅੱਛਾ ਜੀ, ਸਰਕਸ ਬੜੀ ਸੰਸਾਰ ਪ੍ਰਸਿੱਧ ਸਰਕਸ ਸੀ ਤੇ ਸਰਕਸ ਵਾਲਿਆਂ ਨੇ ਆਪਦੀ ਪੂਰੀ ਪਬਲਿਸਿਟੀ ਕਰਤੀ, ਸਾਰਾ ਕੁਛ ਕਰਤਾ। ਵੱਡੇ ਵੱਡੇ ਅਫਸਰਾਂ ਨੂੰ ਉਹਨਾਂ ਨੇ ਕਾਰਡ ਭੇਜਤੇ, ਰਾਜਨੀਤਿਕ ਬੰਦਿਆਂ ਨੂੰ ਕਾਰਡ ਭੇਜਤੇ, ਲੇਕਿਨ ਅਖਬਾਰਾਂ ਵਾਲਿਆਂ ਨੂੰ ਕੋਈ ਕਾਰਡ ਨਾ ਆਇਆ। ਅੱਛਾ ਜੀ,
ਉਦੋਂ ਜਿਹੜੇ ਅਖਬਾਰਾਂ ਦੇ ਵਿੱਚ ਕੰਮ ਕਰਦੇ ਸੀ ਬੰਦੇ, ਮੈਂ ਤਾਂ ਜੂਨੀਅਰ ਸੀ ਬਹੁਤ, ਅੱਛਾ ਜੀ, ਮੇਰੇ ਤੋਂ ਬੜੇ ਸੀਨੀਅਰ ਬੰਦੇ ਸੀਗੇ, ਦੁਨੀਆ ਦੇ ਵਿੱਚ ਨਹੀਂ ਰਹੇ, ਬੜੇ ਅਹਿਮ ਆਦਮੀ, ਆਪਾਂ ਨਾਂ ਨਹੀਂ ਲੈ ਸਕਦੇ ਉਹਨਾਂ ਦਾ। ਔਰ ਉਹਨਾਂ ਨੇ ਸੋਚਿਆ, ਕਹਿੰਦੇ ਯਾਰ ਸਾਰਿਆਂ ਨੂੰ ਸੱਦਾ ਪੱਤਰ ਆ ਗਿਆ, ਸਭ ਨੂੰ ਉਹਨਾਂ ਨੇ ਕਹਿਤਾ ਤੇ ਆਪਾਂ ਨੂੰ ਨਹੀਂ ਬੁਲਾਇਆ, ਮੀਡੀਆ ਦਾ ਮਾਨਤਾ ਨਹੀਂ ਕੀਤਾ ਜੀ। ਮੀਡੀਆ ਨੂੰ ਤਾਂ ਪ੍ਰੈਸ ਹੀ ਕਹਾਂਗੇ, ਅਖਬਾਰਾਂ ਵਾਲਾ ਕਹਿੰਦੇ ਵੀ ਅਖਬਾਰਾਂ ਦਾ ਮਾਨਤਾ ਨਹੀਂ ਕੀਤਾ। ਕਿਵੇਂ ਕਰੀਏ? ਇੱਕ ਬਾਬਾ ਸੀ ਬੜਾ ਉਹਨਾਂ 'ਚੋਂ ਕਾਇਮ, ਉਹ ਕਹਿੰਦਾ ਕੋਈ ਗੱਲ ਨਹੀਂ, ਆਪਾਂ ਕਰਦੇ ਹਾਂ, ਬਣਾਉਣੀ ਆ ਖਬਰ ਜੀ। ਤੇ ਇਹਨਾਂ ਦੀਆਂ ਚੀਕਾਂ ਨਿਕਲ ਜਾਣਗੀਆਂ ਸਰਕਸ ਦੇ ਜਿਹੜੇ ਮਾਲਕ ਹੈ ਜੀ। ਲਓ ਜੀ, ਖਬਰ ਬਣਾਤੀ ਵੀ ਰਾਤ ਬੜੀ ਗੜਬੜ ਹੋ ਗਈ, ਸਰਕਸ ਦਾ ਇੱਕ ਸ਼ੇਰ ਖੁੱਲ ਗਿਆ ਜੀ ਤੇ ਲਾਪਤਾ ਹੋ ਗਿਆ, ਪਤਾ ਨਹੀਂ ਕਿੱਧਰ ਨੂੰ ਗਿਆ। ਇਹ ਖਬਰ ਛਪ ਗਈ ਜੀ ਅਖਬਾਰਾਂ 'ਚ। ਅੱਛਾ ਜੀ। ਤੇ ਸਵੇਰ ਨੂੰ ਜਿਹੜੇ ਪਿੰਡਾਂ ਵਾਲਿਆਂ ਦੇ ਵਿੱਚ ਕੋਈ ਜੀਪਾਂ ਲੈ ਕੇ ਪਬਲਿਸਿਟੀ ਕਰਦੇ ਸੀਗੇ ਤੇ ਲੋਕਾਂ ਨੂੰ ਆਉਣ ਵੀ ਜੇ ਸਾਨੂੰ ਰਾਹ 'ਚ ਸ਼ੇਰ ਨੇ ਖਾ ਲਿਆ ਤਾਂ ਕੀ ਕਰਾਂਗੇ, ਗਲੀਆਂ 'ਚ ਫਿਰਦਾ ਹੋਇਆ ਕਿਤੇ ਖੇਤ 'ਚੋਂ ਨਿਕਲਿਆ, ਖਾ ਲਿਆ ਤਾਂ ਕਰਾਂਗੇ ਕੀ। ਅਖੀਰ ਉਹਨਾਂ ਨੂੰ ਪਤਾ ਲੱਗਾ ਕਿ ਗੱਲ ਕੀ ਹੈ, ਵੀ ਲੋਕ ਆਉਂਦੇ ਕਿਉਂ ਨਹੀਂ। ਉਹ ਕਹਿੰਦੇ ਵੀ ਅਖਬਾਰਾਂ 'ਚ ਖਬਰਾਂ ਲੱਗ ਗਈਆਂ। ਫਿਰ ਜੀ ਉਹ ਸਰਕਸ ਵਾਲੇ ਆਏ, ਆ ਕੇ ਉਹਨਾਂ ਨੇ ਮਿੰਤਰਲਾ ਕੀਤੀ ਵੀ ਸ਼੍ਰੀਮਾਨ ਜੀ ਸਾਡੇ ਤੇ ਰਹਿਮ ਕਰੋ, ਸਾਥੋਂ ਗਲਤੀ ਹੋ ਗਈ, ਸਾਡੇ ਮੈਨੇਜਰ ਤੋਂ ਗਲਤੀ ਹੋ ਗਈ। ਕਹਿੰਦੇ ਚਲੋ ਉਹਨਾਂ ਦੀਆਂ ਲੇਲੜੀਆਂ ਕਢਵਾਈਆਂ, ਕਹਿੰਦੇ ਕਰ ਲੈਣੇ। ਕਹਿੰਦੇ ਕੀ ਕਰੋਗੇ? ਕਹਿੰਦੇ ਕਰ ਲਿਆਂਗੇ ਸੀ। ਫਿਰ ਨਾਲ ਦੀ ਵੀ ਬੜਾ ਮੁਸਤੈਦ ਪ੍ਰਬੰਧ ਸੀ ਪ੍ਰਸ਼ਾਸਨ ਦਾ ਜੀ। ਸਰਕਸ ਵਾਲਿਆਂ ਨੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ, ਦੋਨਾਂ ਨੇ ਰਲ ਮਿਲ ਕੇ ਫਿਰ ਬਹੁਤ ਹਿੰਮਤ ਕਰਕੇ ਜਦੋਜਹਿਦ ਕਰਕੇ ਤੇ ਸਰਕਸ ਫੜ ਲਿਆ, ਆਪਣਾ ਸ਼ੇਰ ਫੜ ਲਿਆ। ਸ਼ੇਰ ਬਣਤਾ ਜੀ। ਹੁਣ ਪਹਿਲਾਂ ਸ਼ੇਰ ਖੋਲਤਾ ਤੇ ਫਿਰ ਸ਼ੇਰ ਬਣਤਾ। ਇਹ ਸਾਡੇ ਅਖਬਾਰਾਂ ਵਾਲੇ ਵੀ ਹੁਣ ਐ ਕਰਦੇ ਨੇ ਵੀ ਆਪਦੀ ਖਬਰ ਨੂੰ ਸਨਸਨੀਖੇਜ਼ ਬਣਾਉਣ ਵਾਸਤੇ ਜੀ। ਹੁਣ ਤਾਂ ਵੀ ਕੈਪਟਨ ਤਾਂ ਗਿਆ, ਉਦੋਂ ਤਾਂ ਇਹ ਬਣਾਤੀ ਵੀ ਇਹ ਤਾਂ ਜੀ ਚੀਫ ਮਿਨਿਸਟਰੀ ਇਹਦੀ ਤਾਂ ਲੈ ਗਈ, ਤੇ ਹੁਣ ਦੂਜਾ ਪਤਾ ਨਹੀਂ ਕਿਹੜਾ ਬਹਿ ਜੇ ਆ ਕੇ। ਇੱਕ ਨੇ ਤਾਂ ਸ਼ੇਰ ਨੇ ਇਹ ਚਲਾਤੀ ਸੀ ਕਿ ਵੀ ਕੱਲ ਨੂੰ ਸਵੇਰੇ 8 ਵਜੇ ਸਹੁੰ ਚੁਕਾਉਣੀ ਆਪਣੇ ਨਵਜੋਤ ਸਿੰਘ ਸਿੱਧੂ ਨੂੰ। ਹਾਂ, ਉਹਨੇ ਤਾਂ ਇੱਥੋਂ ਤੱਕ ਗੱਲ ਕਰਤੀ, ਬੜਾ ਕੁਛ ਹੁੰਦਾ ਰਹਿੰਦਾ। ਸੋ ਇਹ ਗੱਲਾਂ ਨਹੀਂ, ਉੱਥੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਵੀ ਆ ਜੀ ਆਏ ਜੀ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਕਹਿੰਦੇ ਯਾਰ ਉਹਨੇ ਮਾਫੀ ਤਾਂ ਮੰਗ ਲਈ ਸੀ। ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਜੀ ਨਹੀਂ ਮੰਗੀ ਮਾਫੀ। ਕੈਪਟਨ ਕਹਿੰਦਾ ਅੱਛਾ। ਉਹਨੇ ਕਹਿੰਦੇ ਜੀ ਚੱਕਿਆ ਟੈਲੀਫੋਨ ਤੇ ਸੁਰੇਸ਼ ਕੁਮਾਰ ਨੂੰ, ਲਾ ਵੀ ਦੱਸ ਬਈ ਉਹ ਜਿਹੜੀ ਮਾਫੀ ਮੰਗ ਲਈ ਸੀ ਕਰਨ ਅਵਤਾਰ ਸਿੰਘ ਨੇ। ਫਿਰ ਪੁੱਛਿਆ ਰੰਧਾਵਾ ਸਾਹਿਬ ਨੂੰ ਵੀ ਜੀ ਇਹ ਦੱਸੀ ਤਾਂ ਮਾਫੀ ਮੰਗ ਲਈ ਸੀ। ਉਹ ਜੀ ਕੈਬਨਿਟ ਦੀ ਜਿਹੜੀ ਸੀ ਨਾ, ਜਿਹੜੇ ਕੈਬਨਿਟ ਦੇ ਸਾਥੀ ਬੈਠੇ ਸੀ ਉੱਥੇ ਨਹੀਂ ਮਾਫੀ ਮੰਗੀ। ਜਦੋਂ ਮਨਪ੍ਰੀਤ ਸਿੰਘ ਬਾਦਲ ਆਪਦੀ ਗੱਡੀ 'ਚ ਬਹਿ ਗਿਆ ਸੀ ਉਦੋਂ ਭੱਜ ਕੇ ਉਹਦੇ ਕੋਲੇ ਗਏ, ਉਦੋਂ ਉਹਦੇ ਇਕੱਲੇ ਤੋਂ ਮੰਗਿਆ। ਉਹ ਫਿਰ ਕੈਪਟਨ ਕਹਿੰਦਾ ਵੀ ਮੈਂ ਚਾਹੂੰ ਤਾਂ ਫਿਰ ਇੱਥੇ ਬੁਲਾਈ ਦੇਣਾ ਉਹਨੂੰ, ਹੁਣ ਭਾਈ ਉੱਥੋਂ ਮੰਗਵਾ ਦੇਣੀ। ਉਹ ਫਿਰ ਕਹਿੰਦੇ ਜੀ ਰਹਿਣ ਦਿਓ। ਫਿਰ ਉਹ ਬਾਅਦ 'ਚ ਅਖਬਾਰਾਂ ਵਾਲਿਆਂ ਨਾਲ ਵੀ ਗੱਲਬਾਤ ਕੀਤੀ। ਇੱਕ ਗੱਲ ਸਾਰਿਆਂ ਨੇ ਗੱਲ ਕਹਿਤੀ ਵੀ ਜਿਹੜੀ ਮੈਂ ਅਖਬਾਰਾਂ ਵਾਲੀ ਗੱਲ ਕਰਦਾ ਸੀ ਵੀ ਸ਼ੇਰ ਪਹਿਲਾਂ ਬੰਨ ਦਿੰਦੇ ਆ, ਖੋਲ ਲੈਂਦੇ ਤੇ ਫਿਰ ਬੰਨ ਦਿੰਦੇ। ਉੱਥੇ ਉਹਨਾਂ ਨੇ ਇਹ ਗੱਲ ਕਹਿਤੀ, ਸੁਖਜਿੰਦਰ ਰੰਧਾਵੇ ਨੇ ਵੀ ਕਹਿਤੀ, ਨਾਲ ਜਿਹੜੇ ਉਹਦੇ ਦੂਜੇ ਸੀ ਉਹਨਾਂ ਨੇ ਵੀ ਗੱਲ ਕਹਿਤੀ ਕਿ ਕੈਪਟਨ ਅਮਰਿੰਦਰ ਸਿੰਘ ਸਾਡਾ ਅਨਡਿਸਪਿਊਟਡ ਲੀਡਰ ਹੈ। ਬੰਨ ਤਾਂ ਸ਼ੇਰ, ਇਹਦੇ ਨਾਲ ਤਾਂ ਸਾਨੂੰ ਕਹਿੰਦੇ ਕੋਈ ਰੌਲਾ ਹੀ ਨਹੀਂ ਹੈ। ਸਾਡਾ ਰੌਲਾ ਤਾਂ ਅਫਸਰਸ਼ਾਹੀ ਨਾਲ ਹੈ। ਅਫਸਰਸ਼ਾਹੀ ਨੂੰ ਹੁਣ ਕਿਵੇਂ ਟੈਕਲ ਕਰਨਾ ਹੈ ਚੀਫ ਮਿਨਿਸਟਰ ਜਾਣੇ ਤੇ ਉਹਦਾ ਕੰਮ ਜਾਣੇ। ਵੈਸੇ ਨਿਯਮ ਇਹ ਹੈ ਕਿ ਜਿਹੜਾ ਚੀਫ ਸੈਕਟਰੀ ਹਮੇਸ਼ਾ ਉਹ ਹੁੰਦਾ ਜਿਹੜਾ ਚੀਫ ਮਿਨਿਸਟਰ ਦੀ ਆਪਣੀ ਚੁਆਇਸ ਹੁੰਦੀ ਹੈ। ਬਿਲਕੁਲ ਜੀ, ਚੀਫ ਮਿਨਿਸਟਰ ਮੁਤਾਬਕ ਚੱਲੇ। ਇਹ ਨਹੀਂ ਹੈ ਕਿ ਚੀਫ ਮਿਨਿਸਟਰ ਚੀਫ ਸੈਕਟਰੀ ਉਹਨੂੰ ਰੱਖ ਲੂਗਾ ਜਿਹੜਾ ਕਿਸੇ ਵਜ਼ੀਰ ਦਾ ਵਫਾਦਾਰ ਹੋਵੇ ਤੇ ਕੱਲ ਉਹ ਚੀਫ ਮਿਨਿਸਟਰ ਨੂੰ ਕੀ ਸਮਝੂਗਾ। ਸੋ ਇਹ ਕੇਰਾਂ ਫਿਲਹਾਲ ਜਿਹੜਾ ਹੈਗਾ ਉਹ ਲੰਚ ਡਿਪਲੋਮੈਸੀ ਨੇ ਆਪਦਾ ਥੋੜਾ ਜਿਹਾ ਰੰਗ ਦਿਖਾਇਆ, ਪਰ ਇਹ ਕਾਂਗਰਸ ਹੈ ਜੀ, ਪਤਾ ਨਹੀਂ ਕੱਲ ਨੂੰ ਇਹਦੇ 'ਚ ਕੀ ਰੰਗ ਹੋਰ ਆ ਜਾਣ। ਤੇ ਉਧਰ ਕਹਿੰਦੇ ਭਾਈ ਪੋਸਟਰ ਭਾਜਪਾ ਲਿਓ, ਆਪਦੇ ਬੱਸਾਂ ਤੇ ਲਵਾ ਲਓ, ਮਜ਼ਦੂਰਾਂ ਲਈ ਕਹਿੰਦੇ ਬੱਸਾਂ ਤਾਂ ਚਲਾ ਦਿਓ। ਬਿਲਕੁਲ ਜੀ, ਇਹ ਬੜੀ ਰਾਜਨੀਤੀ ਚੱਲ ਰਹੀ ਹੈ ਯੂਪੀ ਦੇ ਵਿੱਚ। ਅਸਲ ਦੇ ਵਿੱਚ ਯੂਪੀ ਦੇ ਵਿੱਚ ਤੁਹਾਡੇ ਧਿਆਨ 'ਚ ਹੋਣਾ ਵੀ ਜਦੋਂ ਕਰਫਿਊ ਲੱਗਿਆ ਜਾਂ ਲਾਕਡਾਊਨ ਲੱਗਿਆ, ਉਦੋਂ ਬਹੁਤ ਸਾਰੇ ਸਾਡੇ ਜਿਹੜੇ ਉੱਤਰੀ ਭਾਰਤ ਦੇ ਲੜਕੇ ਲੜਕੀਆਂ ਬੱਚੇ ਹੈ ਜਿਹੜੇ ਉਹ ਕੋਟਾ 'ਚ ਫਸ ਗਏ ਸੀ। ਤੇ ਕੋਟੇ ਦੇ ਵਿੱਚੋਂ ਕਿਉਂਕਿ ਜਿਹੜੇ ਹੁਣ ਬੱਚੇ ਕੋਟਾ ਪੜ੍ਹਨ ਵਾਸਤੇ ਗਏ ਹੈ, ਪ੍ਰਾਈਵੇਟ ਕੋਚਿੰਗ ਲੈਣੀ ਹੈ, ਜਿਹੜਾ ਪ੍ਰਾਈਵੇਟ ਸੰਸਥਾਵਾਂ 'ਚ ਲੈਣੇ, ਉਹ ਕੋਈ ਸਧਾਰਨ ਘਰਾਂ ਦੇ ਬੱਚੇ ਤਾਂ ਹੈ ਨਹੀਂ ਜੀ। ਉਹ ਤਾਂ ਖਾਂਦੇ ਪੀਂਦੇ ਘਰਾਂ ਦੇ ਬੱਚੇ ਸੀ। ਉਹਨਾਂ ਨੂੰ ਲਿਆਉਣ ਵਾਸਤੇ ਵੱਖ-ਵੱਖ ਸਟੇਟਾਂ ਨੇ ਆਪਣੀਆਂ ਗੱਡੀਆਂ ਭੇਜਤੀਆਂ ਜੀ। ਪਹਿਲ ਕੀਤੀ ਸੀ ਯੂਪੀ ਵਾਲੇ ਯੋਗੀ ਆਦਿੱਤਿਆਨਾਥ ਜੀ ਦੀ ਸਰਕਾਰ ਨੇ। ਉਹਨਾਂ ਨੇ ਭੇਜਤੀਆਂ ਗੱਡੀਆਂ, ਲਿਆਓ ਜੀ ਛੇਤੀ ਕਰੋ ਕਰਾਂ ਤੁਸੀਂ ਬੱਚਿਆਂ ਨੂੰ ਲਿਆਓ। ਉਹ ਲੈ ਆਂਦੇ ਜੀ। ਲੇਕਿਨ ਲਾਕਡਾਊਨ ਲੱਗ ਗਿਆ ਤੇ ਲਾਕਡਾਊਨ ਤੋਂ ਬਾਅਦ ਜਿਹੜੇ ਲੱਖਾਂ ਦੀ ਤਾਦਾਦ ਦੇ ਵਿੱਚ ਪ੍ਰਵਾਸੀ ਮਜ਼ਦੂਰ ਹੈ, ਉਹਨਾਂ ਦਾ ਪ੍ਰਬੰਧ ਕਿਸੇ ਨੇ ਕੋਈ ਨਹੀਂ ਕੀਤਾ, ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਜੀ। ਉਹਨਾਂ ਦੀ ਹਾਲਤ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਉਹ ਵਿਚਾਰੇ ਮਤਲਬ ਸੜਕਾਂ 'ਤੇ ਤੁਰੇ ਜਾਂਦੇ ਆ, ਪੈਰ ਉਹਨਾਂ ਦੇ ਛਿੱਲੇ ਗਏ, ਬੁਰਾ ਹਾਲ ਹੈ, ਵੈਂਕੇ ਦਿਹਾੜੇ। ਇਹ ਸਾਰੇ ਤੇ ਚੱਲਦੇ ਆ। ਸਰਕਾਰ ਆਪਦਾ ਪੂਰਾ ਮਸਤ ਬੈਠੀ ਹੈ ਯੂਪੀ ਦੀ। ਉਹ ਜੋਗੀ ਜੀ ਹੈਗੇ, ਜੋਗੀ ਜੀ ਆਪਦਾ ਉਧਰ 'ਚ ਲੱਗੇ ਹੋਏ, ਜਿਵੇਂ ਮਤਲਬ ਪ੍ਰਬੰਧ ਹੋਣੇ ਚਾਹੀਦੇ ਸੀ ਉਵੇਂ ਨਹੀਂ ਹੋ ਰਹੇ। ਹੁਣ ਕਿਉਂਕਿ ਪੋਲੀਟੀਕਲ ਪਾਰਟੀਆਂ ਨੇ ਫਿਰ ਫਸਲਾਂ ਵੀ ਵੱਢਣੀਆਂ ਹੁੰਦੀਆਂ ਵੋਟਾਂ ਵਾਲੀਆਂ, ਪਾਣੀ ਧਾਣੀ ਵੀ ਲਾਉਣਾ ਹੁੰਦਾ ਵੀ ਵੋਟਾਂ ਸਾਡੀਆਂ ਤਕੜੀਆਂ ਹੋਣ। ਇਹ ਸਿਲਸਿਲਾ ਚੱਲਦਾ ਹੈ। ਇਸ ਸਿਲਸਿਲੇ ਚੱਲਦਿਆਂ ਕਿਉਂਕਿ ਉੱਤਰ ਪ੍ਰਦੇਸ਼ ਦੀ ਯੂਪੀ ਦੀ ਇੰਚਾਰਜ ਕਾਂਗਰਸ ਪਾਰਟੀ ਵੱਲੋਂ ਜੀ ਪ੍ਰਿੰਕਾ ਗਾਂਧੀ ਵਾਡਰਾ ਨੂੰ ਲਾਇਆ ਹੋਇਆ।
ਉਹਨੂੰ ਜਿੱਥੇ ਤੱਕ ਮੇਰੀ ਸਮਝ ਮੈਨੂੰ ਲੱਗਦੀ ਹੈ ਕਿ ਅਗਲੀ ਚੀਫ ਮਿਨਿਸਟਰ ਦੇ ਤੌਰ ਦੇ ਉੱਤੇ ਉਹਨੂੰ ਪੇਸ਼ ਕੀਤਾ ਜਾ ਰਿਹਾ ਉੱਥੇ ਜੀ, ਕਿ ਕਾਂਗਰਸ ਪਾਰਟੀ ਦੀ ਅਗਲੀ ਜਿਹੜੀ ਚੀਫ ਮਿਨਿਸਟਰ ਪ੍ਰਿੰਕਾ ਗਾਂਧੀ ਹੋਊਗੀ ਜੇ ਉਹਨਾਂ ਨੂੰ ਬਹੁਤ ਮਿਲਦਾ ਤਾਂ ਉਹ ਉੱਥੇ ਉਹਨੂੰ ਕੰਮ ਕਰਦੀ ਹੈ। ਉਹਨੇ ਚਿੱਠੀ ਲਿਖਤੀ ਇੱਕ ਜੀ, ਇਹ ਕਹਿਤਾ ਵੀ ਜੇ ਤੁਸੀਂ ਸਾਨੂੰ ਇਜਾਜ਼ਤ ਦੇ ਦਿਓ ਜੀ, ਸਰਕਾਰ ਕੋਲੇ ਕੁਛ ਹੈ ਨਹੀਂ ਤੇ ਅਸੀਂ ਬੱਸਾਂ ਦਾ ਪ੍ਰਬੰਧ ਕਰ ਸਕਦੇ। ਪਹਿਲਾਂ ਤਾਂ ਜੀ ਦਰਗੁਜ਼ਰ ਕਰਤਾ ਜੀ, ਉਹਨੂੰ ਇਗਨੋਰ ਹੀ ਕਰਤਾ। ਫਿਰ ਜੇ ਉਹਨਾਂ ਨੇ ਰੌਲਾ ਪਾ ਲਿਆ ਵੀ ਅਸੀਂ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਛੱਡ ਕੇ ਆਉਣੇ, ਸਾਨੂੰ ਬੱਸਾਂ ਜਿਹੜੀਆਂ ਹੈਗੀਆਂ ਅਸੀਂ ਦਿੰਦੇ ਹਾਂ, ਸਾਡੀਆਂ ਤਾਂ ਬੱਸਾਂ ਬਾਰਡਰ ਵੱਲ ਨੂੰ ਤੁਰ ਪਈਆਂ ਜੀ। ਅੱਧੀ ਕੁ ਰਾਤ ਤੋਂ ਫਿਰ ਕਹਿੰਦੇ ਜੀ ਜਿਹੜਾ ਹੈਗਾ ਮੈਸੇਜ ਪਹੁੰਚ ਗਿਆ ਉਹਨਾਂ ਕੋਲ ਵੀ ਕੋਈ ਗੱਲ ਨਹੀਂ ਤੁਸੀਂ ਆਪਣੀਆਂ ਬੱਸਾਂ ਲੈ ਆਓ। ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ 1000 ਬੱਸਾਂ ਹੋਣਗੀਆਂ ਜੀ, ਅਸੀਂ 1000 ਬੱਸਾਂ ਦਾ ਪ੍ਰਬੰਧ ਕਰਾਂਗੇ ਜੀ। ਬੱਸਾਂ ਪਹੁੰਚ ਗਈਆਂ ਜੀ ਗਾਜ਼ੀਆਬਾਦ, ਨੋਇਡਾ ਪਹੁੰਚ ਗਈਆਂ ਤੇ ਉੱਥੇ ਫਿਰ ਢਕਾ ਲਾਤਾ ਵੀ ਗਾੜੀ ਜਾਣੀ ਜੀ। ਉਹਨਾਂ ਨੇ ਫਿਰ ਕਿਹਾ ਵੀ ਆ ਕੀ ਡਿਪਲੋਮੇਸੀ ਆਪਕੀ ਕੀ ਜਿਹੜੀ ਪੋਲਿਟਿਕਸ ਹੋ ਰਹੀ ਹੈ, ਅਸੀਂ ਬੱਸਾਂ ਲੈ ਕੇ ਆ ਕੇ ਸਾਡੀਆਂ ਬੱਸਾਂ ਨੂੰ ਜਾਣ ਨਹੀਂ ਦਿੰਦੇ ਜੀ ਜੀ ਜੀ। ਔਰ ਉਹ ਤੋਂ ਬਾਅਦ ਫਿਰ ਕਹਿੰਦੇ ਜੀ ਇਹ ਬੱਸਾਂ ਦੀ ਜਿਹੜੀ ਹੈਗੀ ਹੈ ਇਹਨਾਂ ਦੀ ਇਨਸਪੈਕਸ਼ਨ ਕਰਾਉਣੀ ਜ਼ਰੂਰੀ ਹੈ ਕਿ ਇਹ ਚੱਲਣ ਦੇ ਫਿੱਟ ਹੈਗੀਆਂ ਕਿ ਨਹੀਂ। ਇਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਲਖਨਊ ਭੇਜ ਦਿਓ। ਅੱਛਾ, ਮਤਲਬ ਨੋਇਡਾ ਤੋਂ ਲੈ ਕੇ ਲਖਨਊ ਭੇਜ ਦਿਓ। ਲਖਨਊ ਕਹਿੰਦੇ ਚੈਕਿੰਗ ਕਰਾਂਗੇ, ਖਾਲੀ ਪਹਿਲਾਂ ਉੱਥੇ ਭੇਜੋ ਫਿਰ ਪੁੱਠੀਆਂ ਲਿਆਓ। ਦੱਸੋ ਉਹਨਾਂ ਨੇ ਫਿਰ ਕਿਹਾ ਵੀ ਤੁਸੀਂ ਉੱਥੇ ਕਹਿੰਦੇ ਹੋ ਨੋਇਡਾ ਤੁਸੀਂ ਆਪਦੇ ਅਫਸਰ ਬੁਲਾ ਲਓ, ਆਪਦੇ ਤੁਸੀਂ ਗਾਜ਼ੀਆਬਾਦ ਬੁਲਾ ਲਓ, ਉਹ ਕਰ ਲੈਣ। ਡਿਪੂ ਹੈਗਾ ਗਾਜ਼ੀਆਬਾਦ। ਹਾਂ, ਫਿਰ ਉਹਨਾਂ ਨੇ ਕਿਹਾ ਵੀ ਕੰਮ ਤਾਂ ਪੱਕਾ ਹੋ ਗਿਆ। ਕਹਿੰਦੇ ਜੀ ਕੋਈ ਗੱਲ ਨਹੀਂ ਉੱਥੇ ਭੇਜ ਦਿਓ। ਲਓ ਜੀ ਉੱਥੇ ਵੀ ਭੇਜਤੀਆਂ ਜੀ। ਉੱਥੇ ਭੇਜਣ ਤੋਂ ਬਾਅਦ ਕਹਿੰਦੇ ਜੀ ਲਿਸਟ ਦੇ ਦਿਓ। ਉਹਨਾਂ ਨੇ ਲਿਸਟ ਵੀ ਦੇਤੀ। ਲਿਸਟ ਕਹਿੰਦੇ ਜੀ ਅਸੀਂ ਵੇਖ ਲਈ ਹੈ। ਕਹਿੰਦੇ ਜੀ ਹੇਰਾ ਫੇਰੀ ਕਰਤੀ, ਗੁੰਮਰਾਹ ਕਰਤਾ ਜੀ, ਕਿਉਂਕਿ ਪ੍ਰਿੰਕਾ ਗਾਂਧੀ ਨੇ ਕਿਹਾ ਸੀਗਾ ਜੀ ਅਸੀਂ 1000 ਬੱਸਾਂ ਭੇਜ ਦਿਆਂਗੇ। ਕਹਿੰਦੇ ਜੀ ਇਹਦੇ ਤਾਂ ਹੇਰਾ ਫੇਰੀ ਕਰਤੀ। ਤੇ ਉਹਦੇ ਸੈਕਟਰੀ ਨੇ ਜੀ, ਜਿਹਦਾ ਨਾਮ ਸੰਦੀਪ ਸਿੰਘ ਹੈ ਤੇ ਜਿਹੜਾ ਲੱਲੂ ਹੈ ਇੱਕ ਉੱਥੇ ਦਾ ਯੂਪੀ ਦੀ ਕਾਂਗਰਸ ਦਾ ਪ੍ਰਧਾਨ ਜੀ, ਇਹਨੇ ਗੁੰਮਰਾਹ ਕੋਲ ਇਨਫੋਰਮੇਸ਼ਨ ਭੇਜੀ ਹੈ। ਕਹਿੰਦੇ ਜੀ ਜਿਹੜੀ 1000 ਬੱਸ ਹੈ ਨਾ, 1000 ਬੱਸ ਦੇ ਵਿੱਚ ਤਾਂ ਬਹੁਤ ਸਾਰੇ ਆਟੋ, 2 ਵੀਲਰ, 3 ਵੀਲਰ ਉਹਨਾਂ ਦੇ ਨਾਂ ਪਾਏ ਹੋਏ। ਅੱਛਾ, ਵੀ ਉਹਨਾਂ ਨੇ ਨੰਬਰ ਪਾਤੇ। ਹਾਂ, ਉਹਨਾਂ ਦੇ ਜੀ ਕਹਿੰਦੇ ਨੰਬਰ ਪਾਏ ਹੋਏ। ਇਹ ਅਸੀਂ ਚੈਕਿੰਗ ਕਰ ਲਈ। ਵਜ਼ੀਰ ਨੇ ਇੱਕ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਅੱਛਾ, ਉਹ ਪ੍ਰਿੰਕਾ ਗਾਂਧੀ ਨੇ ਕਹਿਤਾ ਵੀ ਤੁਹਾਨੂੰ ਐਡੀ ਛੇਤੀ ਕਿਵੇਂ ਪਤਾ ਲੱਗ ਗਿਆ ਵੀ ਪੰਜਾਬ ਦੀਆਂ ਬੱਸਾਂ, ਰਾਜਸਥਾਨ ਦੀਆਂ ਬੱਸਾਂ ਜਾਂ ਦੂਜੇ ਰਾਜਾਂ ਦੀਆਂ ਬੱਸਾਂ ਹੈ। ਉਹਨਾਂ ਕਹਿੰਦੇ ਜੀ ਅਸੀਂ ਸਾਰਾ ਕੁਝ ਦੇਖ ਲਿਆ। ਕਹਿੰਦੇ ਲਿਸਟ ਦੇ ਦਿਓ। ਲਓ ਜੀ, ਹੁਣ ਉਹਨਾਂ ਨੇ ਲਿਸਟ ਦਿੱਤੀ। ਲਿਸਟ ਜਿਹੜੀ ਦਿੱਤੀ ਹੈ ਉਸ ਲਿਸਟ ਦੇ ਵਿੱਚ ਕੀ ਕਹਿੰਦੇ, ਕਹਿੰਦੇ ਟੋਟਲ ਜਿਹੜੇ ਵਾਹਨ ਹੈ ਜੀ 1049 ਸਾਡੇ ਕੋਲ ਇੱਥੇ ਪਹੁੰਚੇ ਬਾਰਡਰ ਤੇ, ਜਿਹੜੀ ਸਾਨੂੰ ਲਿਸਟ ਦਿੱਤੀ ਹੈ। ਇਹਦੇ ਵਿੱਚੋਂ 819 ਤਾਂ ਪੂਰੀਆਂ ਬੱਸਾਂ ਹੈ, ਯੂਪੀ ਦੀ ਸਰਕਾਰ ਕਹਿੰਦੀ ਹੈ। ਅੱਛਾ ਜੀ, 819 ਪੂਰੀਆਂ ਬੱਸਾਂ, 31 ਆਟੋ ਰਿਕਸ਼ਾ ਜਾਂ 3 ਵੀਲਰ ਵਾਹਨ ਤਾਂ ਉਹ ਵੀ ਹੈਗੇ ਹਾਂ। ਉਹ ਤੋਂ ਬਾਅਦ ਕਹਿੰਦੇ ਬਾਕੀ ਹੋਰ ਵਾਹਨ ਵੀ ਹੈਗੇ। ਉਹਨਾਂ ਵਾਹਨਾਂ 'ਚ ਕੌਣ ਆ ਗਿਆ ਜੀ? ਉਹਨਾਂ 'ਚ ਟਰੱਕ ਆ ਗਏ, DCM ਟੋਇਟਾ ਆ ਗਏ, ਐਂਬੂਲੈਂਸ ਤੇ ਸਕੂਲੀ ਬੱਸਾਂ ਵੀ ਜਿਹੜੀਆਂ ਹੈਗੀਆਂ ਬੱਸਾਂ 'ਚ ਨਹੀਂ ਪਾਈਆਂ, ਉੱਧਰ ਵੀ ਪਾਈਆਂ। ਹੁਣ ਜੇ 819 ਸਹੀ ਬੱਸਾਂ ਹੈ, ਮੇਰਾ ਖਿਆਲ ਹੈ ਜੇ ਆਪਾਂ ਪੂਰੀ ਦੀ ਪੂਰੀ ਲਿਸਟ ਦੇ ਦੀ ਕਿਸੇ ਦੀ ਵੀ ਪੂਰੀ ਕਦੇ ਉਤਰਦੀ ਨਹੀਂ। ਠੀਕ, ਉਹ ਬੀਰਬਲ ਨੂੰ ਇੱਕ ਵਾਰੀ ਪੁੱਛਿਆ ਸੀਗਾ ਨਾ ਆਪਣੇ ਨੇ ਅਕਬਰ ਨੇ ਜੀ ਵੀ ਬੀਰਬਲ ਯਾਰ ਆ ਜਿਹੜੇ ਹੈਗੇ ਹੈ ਕਬੂਤਰ ਕਿੰਨੇ ਹੈ? ਉਹ ਵੇਖ ਕੇ ਦਰਖਤ ਵੇਖ ਕੇ ਹੋਣਗੇ ਜੀ 10,000। ਉਹਦਾ ਜੇ ਵੱਧ ਹੋਏ ਕਹਿੰਦਾ ਜੀ ਫਿਰ ਮਹਿਮਾਨ ਆਏ ਹੋਣਗੇ। ਜੇ ਕਹਿੰਦਾ ਘੱਟ ਹੋਏ ਕਹਿੰਦਾ ਜੀ ਮਿਲ ਗਏ ਹੋਣਗੇ ਕਿਸੇ ਬੰਦੇ ਤਾਂ ਉਨੇ ਹੀ ਨਾ। ਹੁਣ ਜੇ ਰਾਜਾ ਮਹਾਰਾਜਾ ਦੀਆਂ ਸਾਡੇ ਜਿਹੜੀਆਂ ਇਹ ਕਹਾਵਤਾਂ ਬੜੀਆਂ ਆਉਂਦੀਆਂ ਵੀ 1000 ਦੀ ਬਜਾਏ 819 ਸਹੀ ਨਿਕਲੇਗਾ ਤੇ ਫਿਰ ਫਰਕ ਹੀ ਰਹਿ ਗਿਆ। ਹੁਣ ਉਹਦੇ ਤੇ ਰਾਜਨੀਤੀ ਤਾਂ ਹੋ ਰਹੀ ਹੈ। ਰਾਜਨੀਤੀ ਜੋਗੀ ਜੀ ਵੀ ਖੇਡਦੇ ਆ, ਪਰ ਕਿਉਂਕਿ ਇਧਰ ਨਹਿਰੂ ਗਾਂਧੀ ਖਾਨਦਾਨ ਹੈ ਘਾਟੇ ਵੀ। ਪ੍ਰਿੰਕਾ ਨੇ ਹੁਣ ਜਮਾ ਭਾਂਡਾ ਹੀ ਭੰਨਤਾ। ਅੱਛਾ, ਉਹਨੇ ਕਹਿਤਾ ਵੀ ਗੱਲ ਇਹ ਹੈ ਜੋਗੀ ਜੀ ਤੁਸੀਂ ਐਂ ਕਰੋ, ਜੇ ਤੁਹਾਨੂੰ ਕੋਈ ਅੱਚ ਵੀ ਹੈ ਨਾ ਵੀ ਅਸੀਂ ਬੱਸਾਂ ਭੇਜੀਆਂ ਜੀ, ਇਹਨਾਂ ਦੇ ਉੱਤੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਬੈਨਰ ਲਾ ਲਓ, ਇਹਨਾਂ ਤੇ ਮਾਟੋ ਲਾ ਲਓ, ਇਹਨੂੰ ਭਗਵਾ ਰੰਗ ਕਰਾ ਦਿਓ, ਜੋ ਮਰਜ਼ੀ। ਪਰ ਜਿਹੜੇ ਮਜ਼ਦੂਰ ਤੁਰੇ ਜਾਂਦੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਣ ਵਾਸਤੇ ਇਹਨਾਂ ਨੂੰ ਅੰਦਰ ਵੜਨ ਦੀ, ਇਹਨੂੰ ਤੁਰਨ ਦੀ ਇਜਾਜ਼ਤ ਦੇ ਦਿਓ। ਇਹਦੇ ਤੇ ਹੁਣ ਅੱਜ ਕਈਆਂ ਨੇ ਜਿਹੜੀਆਂ ਪੱਤਰਕਾਰਾਂ ਦੀਆਂ ਟਿੱਪਣੀਆਂ ਵੀ ਆਈਆਂ, ਅਖਬਾਰਾਂ ਨੇ ਵੀ ਲਿਖੀਆਂ ਵੀ ਇਹ ਜਿਹੜਾ ਹੈਗਾ ਜੋਗੀ ਆਦਿੱਤਿਆਨਾਥ ਪ੍ਰਿੰਕਾ ਗਾਂਧੀ ਵੱਲੋਂ ਜਿਹੜਾ ਬੁਣਿਆ ਹੋਇਆ ਜਾਲ ਸੀ ਉਹਦੇ 'ਚ ਆਪਦੀ ਆਪ ਹੀ ਉਲਝ ਕੇ ਫਸ ਗਿਆ। ਉਹਦੇ 'ਚ ਇਹ ਹੁਣ ਫਸਿਆ ਹੋਇਆ ਜੀ। ਸੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਬਠਿੰਡਾ ਤੋਂ ਜੁੜੇ ਹੋਏ ਹੋ। ਬੇ ਏਰੀਏ ਵਿੱਚ ਜੇਕਰ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ, ਇਸ ਨੂੰ ਨਵੀਂ ਨਕੋਰ ਬਣਾਉਣ ਦੇ ਲਈ ਫੇਅਰਵੇ ਆਟੋ ਸੈਂਟਰ 1421 ਇੰਡਸਟਰੀਅਲ ਪਾਰਕਵੇ ਵੈਸਟ ਹੇਵਰਡਸ ਕੈਲੀਫੋਰਨੀਆ ਦੇ ਵਿੱਚ ਬਾਈ ਦਰਸ਼ਨ ਜੀ ਉਹਨਾਂ ਕੋਲ ਲੈ ਜਾਓ। ਫੋਨ ਨੰਬਰ ਨੋਟ ਕਰੋ ਜੀ 5105382983
ਤੇ ਬੇਕਰਸਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਆਪਣੇ ਘਰਾਂ ਤੇ ਵਪਾਰਕ ਸਥਾਨਾਂ ਦੀਆਂ ਛੱਤਾਂ ਤੇ ਸੋਲਰ ਸਿਸਟਮ ਲਾਓ, ਹਜ਼ਾਰਾਂ ਰੁਪਏ ਦੀ ਬੱਚਤ ਕਰੋ। ਸੰਪਰਕ ਕਰੋ ਜੀ ਜਤਿੰਦਰ ਸਿੰਘ ਤੂਰ ਹੋਰਾਂ ਨਾਲ 6617541722 661 754 1722 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814 32345। ट्रकिंग वाले वीरो ध्यान नाल सुनो। ट्रक जिद्दां दा भी चलाउने हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब, द वन स्टॉप शॉप। 5196220660 ਜਾਂ quicktrucklube.com। QTL, because we care। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ 2 ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। एड्रेस 2201 साउथ यूनियन एवेन्यू, बेकर्सफील्ड, कैलिफोर्निया 93307। यूनियन विलेज।